ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਸ੍ਰੀ ਹਰਿ ਰਾਇ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ ਏਕ ਓੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਇੱਕ ਦਿਨ ਬੈਠੇ ਸਭਾ ਮਹਿ ਨੰਦਨ ਸ਼੍ਰੀ ਹਰਿ ਰਾਏ। ਬੜੀ ਗਰਜ ਕੈ ਘਨ ਘਟਾ ਆਏ ਗਿਆਨ ਉਮਡਾਏ। ਇੱਕ ਦਿਨ ਬੈਠੇ ਸਭਾ ਮਹਿ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਕਰੁਣਾ ਨਿਧਾਨ ਅੰਤਰਜਾਮੀ ਅਕਾਲ ਪੁਰਖ ਵਾਹਿਗੁਰੂ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਕਿਰਪਾਲਤਾ ਦਾ ਸਦਕਾ ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਇਮਾਨ ਹੋ ਰਹੀ ਗੁਰੂ ਕੀ ਸਾਜ ਨਿਵਾਜੀ ਸਾਧ ਸੰਗਤ ਜੀਓ, ਆਓ ਜਿੱਥੇ ਆਪ ਸੰਗਤਾਂ ਨੂੰ ਮਹਾਰਾਜ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਤਸੰਗਤ ਕਰਨ ਦਾ ਲਾਹਾ ਮਿਲ ਰਿਹਾ ਹੈ, ਉੱਥੇ ਗੁਰ ਇਤਿਹਾਸ ਦੀ ਕਥਾ ਵਿਚਾਰ ਸਰਵਣ ਕਰੀਏ। ਚੱਲ ਰਹੀ ਗੁਰ ਇਤਿਹਾਸ ਦੀ ਲੜੀਵਾਰ ਕਥਾ ਦੇ ਪ੍ਰਸੰਗ ਜਿਵੇਂ ਸਰਵਣ ਕਰਾਏ ਜਾ ਰਹੇ ਹਨ। ਸਤਵੇਂ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਨੇ ਸਮੇਂ ਦੇ ਬਾਦਸ਼ਾਹ ਔਰੰਗਜ਼ੇਬ ਦੇ ਸੱਦੇ 'ਤੇ ਆਪਣੇ ਸਾਹਿਬਜ਼ਾਦਾ ਬਾਬਾ ਰਾਮ ਰਾਏ ਜੀ ਨੂੰ ਦਿੱਲੀ ਵਿਖੇ ਭੇਜਿਆ ਹੈ। ਸਤਿਗੁਰਾਂ ਦੇ ਸਪੁੱਤਰ ਬਾਬਾ ਰਾਮ ਰਾਏ ਜੀ ਔਰੰਗਜ਼ੇਬ ਬਾਦਸ਼ਾਹ ਦੀ ਇੱਛਾ ਦੇ ਅਨੁਸਾਰ ਸਮੇਂ ਸਮੇਂ ਅਨੁਸਾਰ ਉਸ ਨੂੰ ਸ਼ਕਤੀਆਂ ਕਰਾਮਾਤਾਂ ਵਿਖਾਉਂਦੇ। ਸਤਿਗੁਰਾਂ ਦੀ ਬਖਸ਼ਿਸ਼ ਦੁਆਰਾ ਜੋ ਵੀ ਉਹ ਚਾਹੁੰਦਾ ਉਹ ਕਰਕੇ ਵਿਖਾ ਦਿੰਦੇ ਹੈ।
ਔਰੰਗਜ਼ੇਬ ਦੀ ਸਭਾ ਵਿੱਚ ਬੈਠਣ ਵਾਲੇ ਜਿਵੇਂ ਔਰੰਗੇ ਨੂੰ ਪ੍ਰੇਰਦੇ ਨੇ ਉਸੇ ਤਰ੍ਹਾਂ ਹੀ ਕਰਦਾ ਹੈ। ਅਨੇਕਾਂ ਹੀ ਸ਼ਕਤੀਆਂ ਵੇਖਦਿਆਂ ਹੋਇਆਂ ਇੱਕ ਦਿਨ ਇਸ ਦੇ ਕਾਜ਼ੀਆਂ ਮੁੱਲਾ ਅਹਿਲਕਾਰਾਂ ਨੇ ਪ੍ਰੇਰਿਤ ਕੀਤਾ ਹੈ। ਹੋਰ ਵੀ ਜੋ ਉਲਮਾਬ ਵਿਦਵਾਨ ਇਸ ਦੇ ਪਾਸ ਰਹਿੰਦੇ ਨੇ, ਉਹਨਾਂ ਨੇ ਆਖਿਆ ਕਿ ਇੱਕ ਤੁਹਾਨੂੰ ਕੰਮ ਦੱਸਦੇ ਹਾਂ ਬਾਦਸ਼ਾਹ, ਜੋ ਕਿਤੇ ਗੁਰੂ ਕੇ ਸਪੁੱਤਰ ਨੂੰ ਦੱਸਿਆ ਜਾਏ ਤਾਂ ਉਹ ਇਹਨਾਂ ਦੇ ਕੋਲੋਂ ਪੂਰਾ ਨਹੀਂ ਕੀਤਾ ਜਾ ਸਕੇਗਾ। ਬਹਿਸ਼ਤਾਂ ਦਾ ਇੱਕ ਫਲ ਹੈ ਕਲਪ ਬ੍ਰਿਸ਼ ਦਾ। ਕਹਿੰਦੇ ਕਿ ਬਹੁਤ ਉਹ ਸਵਾਦਲਾ ਹੁੰਦਾ ਹੈ ਅਤੇ ਜਿਸ ਨੂੰ ਛਕ ਕੇ ਅਨੇਕ ਤਰ੍ਹਾਂ ਦੇ ਦੁੱਖ ਸੰਕਟ ਦੂਰ ਹੋ ਜਾਂਦੇ ਹੈ। ਸਰੀਰ ਦੇ ਵਿੱਚੋਂ ਜੋ ਅਨੇਕ ਤਰ੍ਹਾਂ ਦੇ ਵਿਕਾਰ ਖਤਮ ਹੋ ਜਾਂਦੇ ਨੇ। ਇਸ ਤਰ੍ਹਾਂ ਜਦੋਂ ਦੱਸਿਆ ਹੈ ਤਾਂ ਔਰੰਗਜ਼ੇਬ ਨੇ ਬਾਬਾ ਰਾਮ ਰਾਏ ਜੀ ਦੇ ਸਭਾ ਦੇ ਵਿੱਚ ਆਉਣ 'ਤੇ ਇਹਨਾਂ ਨੂੰ ਕਿਹਾ ਹੈ ਕਿ ਕਲਪ ਬ੍ਰਿਸ਼ ਦਾ ਜੋ ਫਲ ਹੈ ਉਸ ਨੂੰ ਛਕਣ ਦੀ ਮੇਰੀ ਇੱਛਾ ਹੈ। ਇਹ ਸੁਣ ਕੇ ਬਾਬਾ ਜੀ ਨੇ ਉਤਾਂਹ ਹੱਥ ਕੀਤਾ ਆਕਾਸ਼ ਵੱਲ ਅਤੇ ਹੱਥ ਦੇ ਵਿੱਚ ਫਲ ਆ ਗਿਆ। ਨੇੜੇ ਬੈਠੇ ਹੋਏ ਔਰੰਗਜ਼ੇਬ ਦੇ ਹੱਥ ਵਿੱਚ ਦੇ ਦਿੱਤਾ। ਦੇਖ ਕੇ ਔਰੰਗਜ਼ੇਬ ਜੋ ਬਾਦਸ਼ਾਹ ਬੜਾ ਹੈਰਾਨ ਹੋਇਆ ਹੈ ਅਤੇ ਛਕ ਕੇ ਬਹੁਤ ਖੁਸ਼ ਹੋਇਆ ਹੈ। ਇੱਕ ਦਿਨ ਸਭਾ ਦੇ ਵਿੱਚ ਬੈਠਿਆ ਹੋਇਆ ਕਹਿਣ ਲੱਗਾ ਕਿ ਤੁਹਾਡੇ ਤਾਂ ਜਵਾਨੀ ਦੀ ਅਵਸਥਾ ਵਿੱਚ ਕੇਸ ਕਾਲੇ ਨੇ, ਪਰ ਮੇਰੀ ਜੋ ਉਮਰ ਹੈ ਵੱਧਦੀ ਜਾ ਰਹੀ ਹੈ। ਚਿਹਰੇ 'ਤੇ ਸਿਰ ਦੇ ਵਾਲ ਚਿੱਟੇ ਹੁੰਦੇ ਜਾ ਰਹੇ ਨੇ। ਮੈਂ ਚਾਹੁੰਦਾ ਇਹ ਕਾਲੇ ਹੋ ਜਾਣ। ਸੁਣ ਕੇ ਬਾਬਾ ਜੀ ਨੇ ਬਚਨ ਕੀਤਾ ਕਿ ਜੇ ਇਹ ਇੱਛਾ ਹੈ ਤਾਂ 1 ਸਾਲ ਤੱਕ ਕਾਲੇ ਰਹਿਣਗੇ, ਫਿਰ ਪਹਿਲਾਂ ਜਿਹੇ ਹੋ ਜਾਣਗੇ। ਬਚਨ ਕੀਤਾ। ਬਚਨ ਕਰਦਿਆਂ ਸਾਰ ਹੀ ਉਸ ਦੇ ਸਿਰ ਦੇ ਅਤੇ ਚਿਹਰੇ ਦੇ ਕੇਸ ਕਾਲੇ ਹੋ ਗਏ। ਦੇਖਣ ਵਾਲੇ ਬਹੁਤ ਹੈਰਾਨ ਹੋ ਗਏ। ਇਸ ਦੇ ਆਸ-ਪਾਸ ਸਭਾ ਵਿੱਚ ਬੈਠਣ ਵਾਲੇ ਕਹਿਣ ਲੱਗੇ, ਬਾਦਸ਼ਾਹ ਬਹੁਤ ਸੋਹਣੇ ਲੱਗਦੇ ਹੋ, ਇਵੇਂ ਲੱਗਦਾ ਜਿਵੇਂ ਜਵਾਨ ਹੋ ਗਏ ਹੋਵੋ। ਇੱਕ ਦਿਨ ਬਾਦਸ਼ਾਹ ਨੇ ਚਾਹਿਆ ਹੈ, ਬਾਬਾ ਰਾਮ ਰਾਏ ਜੀ ਦੇ ਆਉਣ 'ਤੇ ਆਖਿਆ ਹੈ ਕਿ ਜਮਨਾ ਨਦੀ ਦੀ ਸੈਰ ਕਰਨ ਜਾਣਾ ਹੈ। ਚੱਲ ਪਏ ਨਾਲ ਲੈ ਕੇ। ਉੱਥੇ ਜਾ ਕੇ ਕਿਨਾਰੇ ਦੇ ਪਾਸ ਪਹੁੰਚ ਕੇ ਕਹਿਣ ਲੱਗਾ ਕਿ ਬੇੜੀ ਮੰਗਵਾਉਂਦੇ ਹਾਂ। ਆਪਣੇ ਨੌਕਰ ਨੂੰ ਆਖਿਆ ਬੇੜੀ ਮੰਗਵਾਓ, ਜਿਸ ਵਿੱਚ ਬੈਠ ਕੇ ਅਸੀਂ ਦੋਵੇਂ ਜਲ ਦੀ ਸੈਰ ਕਰਕੇ ਆਈਏ। ਅਜੇ ਬੇੜੀ ਲੈਣ ਵਾਸਤੇ ਗਿਆ ਹੀ ਹੈ ਤਾਂ ਬਾਬਾ ਰਾਮ ਰਾਏ ਜੀ ਕਹਿਣ ਲੱਗੇ ਕਿ ਅਸੀਂ ਉਸ ਤਰ੍ਹਾਂ ਹੀ ਚੱਲਦੇ ਹਾਂ, ਉਹ ਚੱਲੀਏ। ਬਾਂਹ ਤੋਂ ਫੜ ਕੇ ਖਿੱਚ ਕੇ ਅਗਾਂਹ ਤੋਰਿਆ। ਬਾਦਸ਼ਾਹ ਡਰਦਾ ਹੈ ਕਿ ਪਾਣੀ ਵਿੱਚ ਇਵੇਂ ਕਿਵੇਂ ਪ੍ਰਵੇਸ਼ ਹੋ ਜਾਵਾਂਗੇ, ਐਵੇਂ ਡੁੱਬ ਕੇ ਨਾ ਮਰ ਜਾਵਾਂ। ਬਾਬਾ ਰਾਮ ਰਾਏ ਜੀ ਨੇ ਆਖਿਆ ਕਿ ਡਰਨਾ ਨਹੀਂ, ਮੇਰੇ ਪਿੱਛੇ ਪਿੱਛੇ ਤੁਰੇ ਆਓ। ਤੁਹਾਡੇ ਪੈਰਾਂ ਵਿੱਚ ਪਏ ਹੋਏ ਜੋੜੇ ਨੂੰ ਵੀ ਪਾਣੀ ਨਹੀਂ ਛੂਵੇਗਾ। ਇਸ ਤਰ੍ਹਾਂ ਬਾਬਾ ਜੀ ਦੇ ਪਿੱਛੇ ਪਿੱਛੇ ਬਾਦਸ਼ਾਹ ਤੁਰਿਆ ਗਿਆ। ਇਵੇਂ ਚੱਲਦੇ ਗਏ ਨੇ ਜਿਵੇਂ ਕਿ ਖੁਸ਼ਕ ਧਰਤੀ ਦੇ ਉੱਪਰ ਪੈਰ ਰੱਖਦੇ ਹੋਏ ਜਾ ਰਹੇ ਹੋਣ। ਵੇਖਣ ਵਾਲੇ ਬਹੁਤ ਹੈਰਾਨ ਹੋਏ। ਤੁਰਿਆਂ ਜਾਂਦਿਆਂ ਨੂੰ ਵੇਖ ਕੇ ਦਿੱਲੀ ਸ਼ਹਿਰ ਦੇ ਵਿੱਚ ਦੱਸਿਆ, ਬਹੁਤ ਲੋਕਾਂ ਦਾ ਇਕੱਠ ਹੋਇਆ ਵੇਖਣ ਵਾਲਿਆਂ ਦਾ। ਜਿਹੜੇ ਵੀ ਸੁਣਦੇ ਨੇ ਭੱਜੇ ਆਉਂਦੇ ਵੇਖਣ ਵਾਸਤੇ ਕਿ ਦੋਵੇਂ ਕਿਸ ਤਰ੍ਹਾਂ ਚੱਲ ਰਹੇ ਆ ਪਾਣੀ ਦੇ ਉੱਪਰ। ਪਾਰਲਾ ਕਿਨਾਰਾ ਵੇਖ ਕੇ ਵਾਪਸ ਆਏ। ਬਾਦਸ਼ਾਹ ਬਹੁਤ ਹੈਰਾਨ ਹੋਇਆ, ਆਪੋ ਆਪਣੇ ਡੇਰਿਆਂ ਨੂੰ ਗਏ। ਬਾਬਾ ਰਾਮ ਰਾਏ ਜੀ ਦੀ ਬਹੁਤ ਸੋਭਾ ਹੋਣ ਲੱਗੀ।
ਬਹੁਤ ਲੋਕ ਜਿਨ੍ਹਾਂ ਨੇ ਨਹੀਂ ਸਨ ਦਰਸ਼ਨ ਕੀਤੇ ਉਹ ਵੀ ਦਰਸ਼ਨ ਕਰਨ ਵਾਸਤੇ ਆਉਂਦੇ। ਬਹੁਤ ਹੀ ਇਕੱਠ ਹੁੰਦਾ, ਕਈ ਸੇਵਕ ਬਣਦੇ ਹੈ, ਬਾਬਾ ਜੀ ਤੋਂ ਪ੍ਰਭਾਵਿਤ ਹੋ ਕੇ ਅਨੇਕਾਂ ਹੀ ਭੇਟਾਵਾਂ ਚੜਾਉਂਦੇ। ਵਿਸਥਾਰ ਪੂਰਵਕ ਪਿਛਲੇ ਦੀਵਾਨ ਵਿੱਚ ਇਸ ਪ੍ਰਸੰਗ ਦੀ ਵਿਚਾਰ ਹੋਈ ਹੈ। ਅੱਗੇ ਇਸ ਤਰ੍ਹਾਂ ਕਥਾ ਆ ਰਹੀ ਹੈ। ਆਓ ਆਪਣੀਆਂ ਮਨ ਬਿਰਤੀਆਂ ਇਕਾਗਰ ਕਰਦੇ ਹੋਏ ਸ਼ਰਧਾ ਭਾਵਨਾ ਸਹਿਤ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਇੱਕ ਦਿਨ ਬੈਠੇ ਸਭਾ ਮਹਿ। ਇੱਕ ਦਿਨ ਦੀ ਗੱਲ ਹੈ ਕਿ ਜਦੋਂ ਔਰੰਗਜ਼ੇਬ ਬਾਦਸ਼ਾਹ ਸਭਾ ਦੇ ਵਿੱਚ ਬੈਠਾ, ਨੰਦਨ ਸ਼੍ਰੀ ਹਰਿ ਰਾਏ, ਤੇ ਉਸ ਦੇ ਪਾਸ ਸਭਾ ਦੇ ਵਿੱਚ ਧੰਨ ਧੰਨ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੇ ਵੱਡੇ ਸਪੁੱਤਰ ਬਾਬਾ ਰਾਮ ਰਾਏ ਜੀ ਬੈਠੇ ਹਨ। ਵੱਡੀ ਗਰਜ ਕੈ ਘਨ ਘਟਾ। ਤਾਂ ਉਸ ਵੇਲੇ ਆਕਾਸ਼ ਦੇ ਵਿੱਚ ਬਹੁਤ ਹੀ ਗਰਜ ਦੇ ਸਹਿਤ ਬੱਦਲਾਂ ਦੀ ਘਟਾ ਚੜ੍ਹ ਆਈ। ਆਏ ਗਿਆਨ ਉਮਡਾਏ। ਤੇ ਬਹੁਤ ਚੜ੍ਹ ਚੜ੍ਹ ਕੇ ਆਕਾਸ਼ ਦੇ ਵਿੱਚ ਬੱਦਲ ਆ ਕੇ ਜੋ ਸਬਾਈਮਾਨ ਹੋ ਗਏ ਹਨ। ਚੌਪਈ ਬਹਿਓ ਬੇਗ ਬਹੁ ਵਾਯੂ ਸੰਗ। ਆਕਾਸ਼ ਵਿੱਚ ਬੱਦਲ ਛਾ ਗਏ ਨੇ ਤੇ ਨਾਲ ਹੀ ਬਹੁਤ ਤੇਜ਼ੀ ਦੇ ਨਾਲ ਜੋ ਹਵਾ ਚੱਲਣ ਲੱਗ ਪਈ। ਕੜਕਹਿ ਤੜਤਾ ਦਮਕ ਉਤੰਗ। ਤੇ ਬੱਦਲਾਂ ਦੇ ਵਿੱਚ ਉੱਚੀ ਆਵਾਜ਼ ਵਿੱਚ ਬਿਜਲੀ ਕੜਕਦੀ ਹੈ ਜੋ ਲਿਸ਼ਕਾਰੇ ਮਾਰਦੀ ਹੋਈ। ਵਰਖਾ ਕਰਕਾ ਕੀ ਵੱਡ ਆਈ। ਤੇ ਬਹੁਤ ਹੀ ਜ਼ਿਆਦਾ ਗੜਿਆਂ ਦੀ ਵਰਖਾ ਹੋਣ ਲੱਗ ਪਈ। ਪਰਨ ਲੱਗੇ ਛਿਤ ਸ਼ਬਦ ਉਠਾਈ। ਤੇ ਧਰਤੀ ਦੇ ਉੱਪਰ ਗੜੇ ਜਦੋਂ ਪੈਣ ਲੱਗੇ ਨੇ ਤਾਂ ਬਹੁਤ ਹੀ ਜ਼ਿਆਦਾ ਆਵਾਜ਼ ਹੋਣ ਲੱਗ ਪਈ। ਅਦਕ ਤੋਲ ਮਹਿ ਗਿਰੈ ਬਡੇਰੇ। ਤੇ ਬਹੁਤੇ ਭਾਰੇ ਭਾਰੇ ਗੜੇ ਬੱਦਲਾਂ ਤੋਂ ਵਰਨ ਲੱਗ ਪਏ ਹਨ। ਛਾਦੀ ਛਿਤ ਭਈ ਸੇਤ ਕਨੇਰੇ। ਤੇ ਧਰਤੀ ਸਭ ਜਾਣੋ ਕਿ ਢੱਕੀ ਗਈ ਹੈ, ਜਿਵੇਂ ਜਾਣੋ ਕਿ ਚਿੱਟੇ ਰੰਗ ਦੀ ਚੁੰਦਰੀ ਹੀ ਜੋ ਲੈ ਲਈ ਹੋਵੇ ਧਰਤੀ ਨੇ ਆਪਣੇ ਉੱਪਰ। ਘਟਾ ਏਕ ਸਮ ਚਹੁ ਦਿਸ਼ ਮਾਹੀ। ਤੇ ਇਸ ਤਰ੍ਹਾਂ ਇੱਕ ਸਮਾਨ ਚਾਰੇ ਪਾਸੇ ਹੀ ਬੱਦਲਾਂ ਦੀਆਂ ਘਟਾ ਹੋਈ ਛਾ ਗਈਆਂ। ਪਰ ਹੈ ਜਹਾਂ ਕਹਿ ਮਿਟ ਹੈ ਸੋ ਨਾਹੀ। ਜਿੱਥੇ ਕਿਤੇ ਵੀ ਬੱਦਲਾਂ ਤੋਂ ਗੜੇ ਪੈ ਰਹੇ ਨੇ ਜੋ ਹਟਣ ਦਾ ਨਾਂ ਹੀ ਨਹੀਂ ਲੈਂਦੇ। ਭਿਖ ਨੌਰੰਗ ਨੇ ਬਾਕ ਬਖਾਨਾ। ਤੇ ਇਸ ਤਰ੍ਹਾਂ ਨੌਰੰਗਾ ਜੋ ਔਰੰਗਜ਼ੇਬ ਸਭਾ ਦੇ ਵਿੱਚ ਬੈਠਾ ਹੈ, ਉਸ ਨੇ ਐਸਾ ਇਹੋ ਜਿਹਾ ਮੌਸਮ ਜਦੋਂ ਵੇਖਿਆ ਹੈ ਕਿ ਬਹੁਤਾ ਮੀਂਹ ਪੈ ਰਿਹਾ ਹੈ, ਨਾਲ ਬਹੁਤ ਹੀ ਜ਼ਿਆਦਾ ਸੋ ਪਹਿਲਾਂ ਗੜਿਆਂ ਦੀ ਹੀ ਵਰਖਾ ਹੋ ਰਹੀ ਹੈ, ਤਾਂ ਗੜਿਆਂ ਦੀ ਵਰਖਾ ਹੁੰਦੀ ਵੇਖ ਕੇ ਕਹਿਣ ਲੱਗਾ ਹੈ, ਸੁਨਹੁ ਗੁਰੂ ਸੁਤ ਸਗਰੇ ਥਾਨਾ। ਕਹਿੰਦਾ ਹੈ ਕਿ ਗੁਰੂ ਕੇ ਸਪੁੱਤਰ ਸੁਣਨਾ ਕਰੋ ਕਿ ਸਾਰੇ ਥਾਵਾਂ ਤੇ ਓਰੇ ਪਰੇ ਦੀਨ ਦੁਖ ਪਾਵੈ। ਤੇ ਗੜੇ ਪਈ ਜਾ ਰਹੇ ਨੇ, ਜਿਸ ਕਰਕੇ ਜਿਹੜੇ ਗਰੀਬ ਲੋਕ ਹੈ ਉਹਨਾਂ ਨੂੰ ਬੜਾ ਦੁੱਖ ਹੋ ਰਿਹਾ ਹੈ। ਵਹਿਰ ਖੇਤ ਸਭ ਕੋ ਬਿਨਸਾਵੈ। ਤੇ ਬਾਹਰ ਜਿੰਨੇ ਵੀ ਖੇਤ ਹਨ, ਫਸਲਾਂ ਨੇ, ਉਹ ਵੀ ਗੜਿਆਂ ਦੇ ਪੈਣ ਨਾਲ ਨਾਸ ਹੋ ਰਹੀਆਂ। ਉਪਬਨ ਮਹਿ ਫਲ ਫੂਲ ਬਿਨਾਸ ਹੈ। ਤੇ ਬਾਗਾਂ ਬਗੀਚਿਆਂ ਦੇ ਵਿੱਚ ਫਲ ਫੁੱਲ ਵੀ ਨਾਸ ਹੋ ਰਹੇ ਹਨ। ਸਭ ਤਰਵਰ ਕੀ ਸ਼ੋਭਾ ਗ੍ਰਸ ਹੈ। ਤੇ ਜਿਹੜੀ ਰੁੱਖਾਂ ਦੀ ਬਹੁਤ ਸ਼ੋਭਾ ਹੈ, ਗੜਿਆਂ ਦੇ ਪੈਣ ਦੇ ਨਾਲ ਉਹ ਵੀ ਨਾਸ ਹੁੰਦੀ ਜਾ ਰਹੀ ਹੈ। ਵਹਿਰ ਪਸ਼ੂ ਗੋ ਆਦ ਕਨੇਰੇ। ਤੇ ਬਾਹਰ ਬਹੁਤ ਸਾਰੇ ਪਸ਼ੂ ਨੇ ਤੇ ਗਊਆਂ ਆਦਿਕ ਹਨ ਜੋ ਤਿੰਨ ਪਰ ਲਗੇ ਪ੍ਰਹਾਰ ਬਡੇਰੇ। ਪਸ਼ੂਆਂ ਤੇ ਗਊਆਂ ਤੇ ਵੀ ਗੜਿਆਂ ਦੀ ਬਹੁਤ ਜ਼ਿਆਦਾ ਪੈਣ ਨਾਲ ਸੱਟਾਂ ਲੱਗ ਰਹੀਆਂ ਹਨ। ਹਿੰਦੂ ਧਰਮ ਤੁਮਾਰੇ ਸੋਏ। ਤੇ ਇਸ ਤਰ੍ਹਾਂ ਔਰੰਗਜ਼ੇਬ ਬਾਦਸ਼ਾਹ ਬਾਬਾ ਰਾਮ ਰਾਏ ਜੀ ਨੂੰ ਕਹਿੰਦਾ ਹੈ ਕਿ ਜਿਹੜੇ ਗਊਆਂ ਨੂੰ ਚਾਰਨ ਵਾਲੇ ਹਨ ਉਹਨਾਂ ਨੂੰ ਬੜਾ ਦੁੱਖ ਹੋ ਰਿਹਾ ਹੈ, ਤੇ ਜਿਹੜੇ ਕਈ ਲੋਕ ਹਿੰਦੂ ਹਨ ਉਹ ਜਿਹੜੇ ਕਿ ਤੁਹਾਡੇ ਧਰਮ ਦਾ ਆਸਰਾ ਤੱਕਣ ਵਾਲੇ ਹਨ, ਬਚਨ ਕਰਹੁ ਰੱਛਾ ਤਿਨ ਹੋਏ। ਤੇ ਉਹਨਾਂ ਦੀ ਵੀ ਸਹਾਇਤਾ ਹੋ ਜਾਵੇ, ਐਸਾ ਤੁਸੀਂ ਬਚਨ ਕਰਦੇ ਹੋ। ਨਾਹਿ ਤਾਂ ਮਰ ਜਾਵਹਿਗੇ ਘਨੇ। ਨਹੀਂ ਤਾਂ ਬਹੁਤੇ ਪਸ਼ੂ ਵੀ ਮਰ ਜਾਣਗੇ, ਤੇ ਜਿਹੜੇ ਗਰੀਬ ਲੋਕ ਹਨ ਉਹਨਾਂ ਨੂੰ ਵੀ ਦੁੱਖ ਹੋਵੇਗਾ। ਅਸ ਓਰੇ ਨਹਿ ਦੇਖੇ ਸੁਨੈ। ਤੇ ਇਹੋ ਜਿਹੇ ਗੜੇ ਵਰ ਰਹੇ ਆ ਕਿ ਜਿਹੜੇ ਕਦੇ ਵਾਸਤੇ ਇਸ ਤਰ੍ਹਾਂ ਵਰਸਦੇ ਹੋਏ
ਨਾ ਸੁਣੇ ਤੇ ਨਾ ਹੀ ਦੇਖੇ ਹਨ। ਵਹਿਰ ਪਸ਼ੂ ਕਿਆ ਖੇਤ ਬਿਸਾਲੇ, ਤੇ ਬਾਹਰ ਜੋ ਪਸ਼ੂ ਫਿਰਦੇ ਨੇ ਉਹਨਾਂ ਦੀ ਵੀ ਬੁਰੀ ਹਾਲਤ ਹੋ ਰਹੀ ਹੈ, ਤੇ ਬਹੁਤ ਸਾਰੀਆਂ ਜੋ ਖੇਤੀਆਂ ਫਸਲਾਂ ਹਨ ਉਹ ਵੀ ਨਾਸ ਹੋ ਰਹੀਆਂ ਹਨ। ਸਭ ਕੀ ਹਾਨ ਹੋਏ ਇਨ ਨਾਲੇ, ਤੇ ਇਸ ਤਰ੍ਹਾਂ ਇਹਨਾਂ ਦੇ ਨਾਲ ਬਹੁਤ ਹੀ ਜ਼ਿਆਦਾ ਫਸਲਾਂ ਦੀ ਵੀ ਪਸ਼ੂਆਂ ਦੀ ਵੀ ਹਾਨੀ ਨੁਕਸਾਨ ਹੋ ਰਿਹਾ। ਕਰਹੋ ਬਾਕ ਸਭ ਕੇਰ ਭਲੇਰਾ, ਤੇ ਐਸਾ ਤੁਸੀਂ ਸਭਨਾਂ ਦੇ ਭਲੇ ਵਾਸਤੇ ਆਪਣੀ ਰਸਨਾ ਤੋਂ ਬਚਨ ਕਰਦੇ ਹੋ। ਸੁਨ ਸ਼੍ਰੀ ਰਾਮ ਰਾਏ ਤਿਸ ਬੇਰਾ, ਔਰੰਗਜ਼ੇਬ ਬਾਦਸ਼ਾਹ ਦੇ ਕੋਲੋਂ ਬਾਬਾ ਰਾਮ ਰਾਏ ਜੀ ਨੇ ਜਦੋਂ ਸੁਣਿਆ ਹੈ, ਕਹਿਓ ਜੇ ਇਮ ਹੈ ਤੁਮਰੇ ਮਨ ਮੈਂ, ਸਤਿਗੁਰੂ ਹਰਿਰਾਏ ਸਾਹਿਬ ਜੀ ਦੇ ਸਾਹਿਬਜ਼ਾਦਾ ਬਾਬਾ ਰਾਮ ਰਾਏ ਜੀ ਕਹਿੰਦੇ ਨੇ ਕਿ ਬਾਦਸ਼ਾਹ, ਜੇਕਰ ਤੁਹਾਡੇ ਮਨ ਵਿੱਚ ਇਹ ਖਿਆਲ ਹੈ ਕਿ ਜੋ ਆਕਾਸ਼ ਵਿੱਚ ਬੱਦਲਾਂ ਤੋਂ ਗੜੇ ਵਰ ਰਹੇ ਹਟ ਜਾਣ, ਔਰੇ ਪਰਨ ਮਿਟ ਹੈ ਇਸ ਛਿਨ ਮੈਂ, ਇਸ ਸਮੇਂ ਵਿੱਚ ਇਹ ਜੋ ਗੜੇ ਪੈ ਰਹੇ ਹਨ ਹਟ ਜਾਣਗੇ। ਜਬ ਅਧਰਨ ਤੇ ਬਾਕ ਨਿਕਾਸਾ, ਜਬ ਅਧਰਨ ਤੇ ਬਾਕ ਨਿਕਾਸਾ। ਇਸ ਪ੍ਰਕਾਰ ਜਦੋਂ ਆਪਣੇ ਬੁੱਲਾਂ ਤੋਂ ਐਸਾ ਵਚਨ ਬਾਬਾ ਰਾਮ ਰਾਏ ਜੀ ਨੇ ਫਰਮਾਇਆ ਹੈ, ਗਗਨ ਬਿਖੈ ਘਨ ਬ੍ਰਿੰਦ ਬਿਨਾਸਾ, ਤੇ ਇਸ ਤਰ੍ਹਾਂ ਜਿਹੜੇ ਆਕਾਸ਼ ਵਿੱਚ ਬੱਦਲ ਛਾਏ ਹੋਏ ਉਸੇ ਵਕਤ ਨਾਸ ਹੋ ਗਏ। ਕਹਿ ਤੋ ਹੁਤੋ ਨਿਪਟਿਮਰ ਸਭ ਦਿਸ਼ ਮੈਂ, ਜਾ ਜਾਣੋ ਕਿ ਸਾਰੀਆਂ ਦਿਸ਼ਾਵਾਂ ਵਿੱਚ ਆਕਾਸ਼ ਵਿੱਚ ਬੱਦਲਾਂ ਦੀ ਘਟਾ ਛਾਵਣ ਦੇ ਨਾਲ ਹਨੇਰਾ ਹੀ ਹਨੇਰਾ ਛਾ ਰਿਹਾ ਸੀ। ਭਇਓ ਪ੍ਰਕਾਸ਼ ਬਾਰ ਇੱਕ ਤਿਸ ਮੈਂ, ਤੇ ਇੱਕੋ ਵਾਰ ਹੀ ਬਾਬਾ ਰਾਮ ਰਾਏ ਜੀ ਦੇ ਬਚਨ ਕਹਿਣ ਦੀ ਹੀ ਦੇਰ ਹੋਈ ਹੈ, ਸਾਰੇ ਪ੍ਰਕਾਸ਼ ਚਾਨਣ ਹੀ ਚਾਨਣ ਹੋ ਗਿਆ। ਨਹਿ ਘਨ ਬਾਇਓ ਨ ਬਰਖਾ ਕਹਾਂ, ਤੇ ਜਿੱਥੇ ਕਿ ਬਹੁਤੇ ਬੱਦਲ ਛਾਏ ਹੋਏ ਸੀ ਆਕਾਸ਼ ਵਿੱਚ, ਤੇ ਬਹੁਤੀ ਹਵਾ ਚੱਲ ਰਹੇ ਸੀ, ਗੜੇ ਪੈ ਰਹੇ ਸਨ, ਸੋ ਉਹ ਨਾ ਤਾਂ ਬੱਦਲ ਰਹੇ ਨੇ ਨਾ ਹਵਾ ਉਸ ਤਰ੍ਹਾਂ ਪਹਿਲਾਂ ਵਾਂਗ ਤੇਜ਼ ਚੱਲਦੀ ਹੈ, ਤੇ ਨਾ ਹੀ ਗੜੇ ਪੈਣ ਲੱਗੇ। ਬਿਮਲ ਆਕਾਸ਼ ਭਇਓ ਜਹ ਕਹਾਂ, ਸਭ ਹਟ ਗਏ ਨੇ, ਆਕਾਸ਼ ਸਭ ਥਾਵਾਂ ਤੇ ਉਜਲ ਹੀ ਉਜਲ ਦਿਸਣ ਲੱਗ ਪਿਆ। ਦੇਖਤ ਮਾਨਿਓ ਸਭਨ ਅਚੰਭ, ਤੇ ਇਹ ਦੇਖ ਕੇ ਸਭਨਾਂ ਨੇ ਬਹੁਤ ਜ਼ਿਆਦਾ ਹੈਰਾਨੀ ਜਾਣੀ ਹੈ। ਔਰੇ ਕਹਾਂ ਨ ਬਰਖਿਓ ਅੰਭ, ਤੇ ਇਸ ਤਰ੍ਹਾਂ ਸਭ ਨੇ ਸੋਚ ਲਿਆ ਕਿ ਗੜੇ ਤਾਂ ਕਿੱਥੇ ਹੁਣ ਦਿਸਦੇ ਐ, ਇਵੇਂ ਲੱਗਦਾ ਹੈ ਕਿ ਜਿਵੇਂ ਪਾਣੀ ਦੀ ਵੀ ਵਰਖਾ ਨਾ ਹੋਈ ਹੋਵੇ। ਪਸਰਿਓ ਸੁਜਸ ਗੁਰੂ ਸੁਤ ਕੇਰਾ, ਤੇ ਧੰਨ ਸਤਿਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਦੇ ਸਾਹਿਬਜ਼ਾਦਾ ਬਾਬਾ ਰਾਮ ਰਾਏ ਜੀ ਦਾ ਸ੍ਰੇਸ਼ਟ ਜਸ ਸਾਰੇ ਲੋਕਾਂ ਵਿੱਚ ਫੈਲ ਗਿਆ। ਘਰ ਘਰ ਬੀਚ ਬਿਰਤੰਤ ਬਡੇਰਾ, ਤੇ ਘਰਾਂ ਘਰਾਂ ਦੇ ਵਿੱਚ ਇਹ ਵਰਤੰਤ ਜੋ ਇਹ ਹਾਲ ਹੈ ਪ੍ਰਗਟ ਹੋਇਆ ਕਿ ਸਤਿਗੁਰੂ ਹਰਿਰਾਏ ਸਾਹਿਬ ਜੀ ਦੇ ਸਪੁੱਤਰ ਬਾਬਾ ਰਾਮ ਰਾਏ ਜੀ ਜੋ ਵੀ ਬਚਨ ਕਰਦੇ ਹਨ ਪੂਰਾ ਹੁੰਦਾ ਹੈ। ਜਹਾਂ ਕਹਾਂ ਕੀਰਤ ਕੋ ਕਰਹੀ, ਤੇ ਜਿੱਥੇ ਕਿਤੇ ਵੀ ਹਰ ਕੋਈ ਸਤਿਗੁਰਾਂ ਦੇ ਸਾਹਿਬਜ਼ਾਦਾ ਬਾਬਾ ਰਾਮ ਰਾਏ ਜੀ ਦਾ ਹੀ ਜਸ ਕਰਦਾ, ਅਚਰਜ ਨਵੇਂ ਹਮੇਸ਼ ਨਿਹਰਹੀ, ਤੇ ਨਿਤ ਹੀ ਨਵੇਂ ਅਸਚਰਜ ਕੌਤਕ ਹੀ ਵੇਖਣ ਨੂੰ ਮਿਲਦੇ ਹਨ। ਏਕ ਮਸਤ ਹਾਥੀ ਰਹਿ ਖਰਿਓ, ਤੇ ਇਸੇ ਪ੍ਰਕਾਰ ਜੋ ਔਰੰਗਜ਼ੇਬ ਬਾਦਸ਼ਾਹ ਦੇ ਪਾਸ ਇੱਕ ਬਹੁਤਾ ਜ਼ਿਆਦਾ ਤਗੜਾ ਜੋਰਾਵਰ ਮਸਤ ਹਾਥੀ ਰਹਿੰਦਾ ਹੈ, ਸੰਗਲ ਰਹਿ ਪਰੇ ਦ੍ਰਿੜ ਕਰਿਓ, ਜਿਸ ਦੇ ਤਬੇਲੇ ਵਿੱਚ ਰਹਿੰਦਾ ਹੈ ਤੇ ਉਸ ਨੂੰ ਵੱਖਰਾ ਰੱਖਿਆ ਜਾਂਦਾ ਹੈ, ਤੇ ਬਹੁਤੇ ਜ਼ਿਆਦਾ ਸੰਗਲ ਪਾ ਕੇ ਉਸ ਨੂੰ ਪੱਕੀ ਤਰ੍ਹਾਂ ਨਾਲ ਜਕੜ ਮਾਰ ਕੇ ਰੱਖਿਆ ਜਾਂਦਾ ਹੈ। ਬਹੁ ਭਾਲੇ ਅਰ ਅੰਕੁਸ਼ ਲੈ ਕੇ, ਤੇ ਜਿਸ ਵੇਲੇ ਇੱਕ ਥਾਂ ਤੋਂ ਦੂਜੀ ਥਾਂ ਤੇ ਉਸ ਮਸਤ ਹਾਥੀ ਨੂੰ ਲਿਜਾਂਦੇ ਨੇ ਤਾਂ ਬਹੁਤੇ ਆਪਣੇ ਹੱਥਾਂ ਵਿੱਚ ਮਹਾਵਤਾਂ ਨੇ, ਭਾਲੇ ਬਰਛੇ ਤੇ ਜੋ ਕੁੰਡੇ ਆਦਿਕ ਫੜ ਕੇ ਉਸ ਨੂੰ ਪ੍ਰੇਰਦੇ ਹੋਏ ਜਾਂਦੇ ਹਨ ਕਾਬੂ ਕਰਕੇ। ਨਰ ਸਮੀਪ ਹੋਵਹਿ ਡਿੜ ਕਹਿ ਕੇ, ਤੇ ਜਿਹੜੇ ਵੀ ਕੋਈ ਸਿਪਾਹੀ ਉਸ ਦੇ ਨੇੜੇ ਆਉਂਦੇ ਆ ਤੇ ਬਹੁਤੀ ਸਾਵਧਾਨਤਾ ਦੇ ਨਾਲ ਆਪਣੇ ਹੱਥਾਂ ਵਿੱਚ ਹਥਿਆਰ ਲੈ ਕੇ ਹੀ ਆਉਂਦੇ, ਨੇਜੇ ਬਰਛੇ ਲੈ ਕੇ ਆਉਂਦੇ ਹਨ। ਨਾਹਿ ਤਾਂ ਗਹਿ ਨਿਜ ਸੁੰਡਾ ਸੰਗ, ਤੇ ਨਹੀਂ ਤਾਂ ਜੇ ਕੋਈ ਉਸ ਤਰ੍ਹਾਂ ਹੀ ਆ ਜਾਂਦਾ ਹੈ ਤਾਂ ਉਹ ਮਸਤ ਹਾਥੀ ਆਪਣੀ ਸੁੰਡ ਦੇ ਨਾਲ ਉਸ ਬੰਦੇ ਨੂੰ ਫੜ ਕੇ ਚੀਰ ਦੇਤ ਕਰ ਆਦੋ ਅੰਗ, ਤੇ ਉਸ ਨੂੰ ਚੀਰ ਦਿੰਦਾ ਹੈ
ਉਸ ਦੇ ਸਰੀਰ ਦੇ 2 ਟੋਟੇ ਕਰ ਦਿੰਦਾ ਹੈ ਮਹਾਬਲੀ ਦੈ ਹੈ ਬਹੁ ਖਾਨਾ। ਤੇ ਬਹੁਤਾ ਹੀ ਬਲ ਵਾਲਾ ਹੈ, ਜਿਸ ਨੂੰ ਖਾਣ ਵਾਸਤੇ ਵੀ ਬਹੁਤ ਹੀ ਜ਼ਿਆਦਾ ਖੁਰਾਕ ਚਾਰਾ ਆਦਿਕ ਉਸ ਹਾਥੀ ਨੂੰ ਦਿੱਤਾ ਜਾਂਦਾ ਹੈ। ਖਰਿਓ ਰਹੈ ਸੋ ਏਕ ਸਥਾਨਾ। ਤੇ ਜਿਹੜਾ ਇੱਕੋ ਥਾਂ ਤੇ ਹੀ ਜ਼ਿਆਦਾ ਚਿਰ ਜਿਸ ਨੂੰ ਟਿਕਾਈ ਰੱਖੀਦਾ ਹੈ। ਜਲ ਬਾਸਨ ਤਿਸ ਨਿਕਟ ਰਖਾਵੈ। ਤੇ ਉਸ ਨੂੰ ਟਿਕਾ ਕੇ ਰੱਖਦੇ ਹਨ ਇੱਕ ਥਾਂ ਤੇ ਉਸ ਦੇ ਨੇੜੇ ਜਦੋਂ ਪਾਣੀ ਦਾ ਭਾਂਡਾ ਭਰ ਕੇ ਰੱਖਦੇ ਹਨ ਦੇਤ ਦੂਰ ਤੇ ਤਰਸਤ ਪਿਲਾਵੈ। ਤਾਂ ਇਸ ਨੂੰ ਪਾਣੀ ਪਿਆਉਣ ਵਾਲੇ ਵੀ ਦੂਰੋਂ ਹੀ ਪਾਣੀ ਇਸ ਦੇ ਨੇੜੇ ਕਰਦੇ ਆ, ਇਸ ਤੋਂ ਡਰਦੇ ਹੋਏ। ਦੁਸ਼ਟਨ ਨੌ ਰੰਗ ਕੋ ਸਿਖਲਾਇਓ। ਤੇ ਜਿਹੜੇ ਦੁਸ਼ਟ ਸੁਭਾਅ ਵਾਲੇ ਹਨ, ਦੁਸ਼ਟਮਤੀ ਹਨ, ਉਹਨਾਂ ਨੇ ਵੇਖਿਆ, ਇਹ ਸੋਚ ਲਿਆ ਹੈ ਕਿ ਇਹੋ ਜਿਹਾ ਬਹੁਤ ਜ਼ਿਆਦਾ ਬਲ ਵਾਲਾ ਸਖਤ ਜੋ ਕਰੜੇ ਬਲ ਵਾਲਾ ਹਾਥੀ ਹੈ ਤੇ ਇਸ ਦੇ ਉੱਪਰ ਸਵਾਰੀ ਕਰਵਾਈਏ ਬਾਬਾ ਰਾਮ ਰਾਏ ਜੀ ਦੀ। ਇਹ ਸੋਚ ਕੇ ਇਹਨਾਂ ਨੇ ਔਰੰਗਜ਼ੇਬ ਬਾਦਸ਼ਾਹ ਨੂੰ ਸਿਖਾਇਆ। ਇਸ ਪਰ ਗੁਰ ਸੁਤ ਦੇਹੁ ਚੜਾਇਓ। ਬਾਦਸ਼ਾਹ ਨੂੰ ਕਹਿੰਦੇ ਨੇ ਕਿ ਗੁਰੂ ਹਰਿਰਾਏ ਸਾਹਿਬ ਜੀ ਦਾ ਜੋ ਸੁਪੁੱਤਰ ਬਾਬਾ ਰਾਮ ਰਾਏ ਹੈ, ਉਸ ਦੀ ਸਵਾਰੀ ਇਸ ਹਾਥੀ ਦੇ ਉੱਪਰ ਕਰਵਾ ਦਿਓ। ਜਬ ਅਰੂਢ ਮਗ ਕਰੈ ਪਿਆਨਾ। ਤੇ ਜਿਸ ਵੇਲੇ ਇਸ ਮਸਤ ਹਾਥੀ ਦੇ ਉੱਪਰ ਸਵਾਰ ਹੋ ਕੇ ਗੁਰੂ ਕਾ ਸੁਪੁੱਤਰ ਚੱਲ ਕੇ ਜਾਵੇਗਾ ਰਸਤੇ ਤੇ, ਹਟਹਿ ਮਹਾਵਤ ਤਬ ਤਿਸ ਥਾਨਾ। ਤਾਂ ਉਸ ਥਾਂ ਤੋਂ ਜਿਹੜੇ ਹਾਥੀ ਨੂੰ ਚਲਾਉਣ ਵਾਲੇ ਮਹਾਵਤ ਨੇ ਉਹ ਪਿੱਛੇ ਹਟ ਜਾਣਗੇ, ਸਭ ਲਾਂਭੇ ਹੋ ਜਾਣਗੇ। ਸੁਨਤ ਸ਼ਾਹ ਕੇ ਮਨ ਮੈਂ ਭਾਈ। ਤੇ ਇਸ ਤਰ੍ਹਾਂ ਦੁਸ਼ਟਾਂ ਨੇ ਜਦੋਂ ਸਿਖਾਇਆ ਏ ਕਿ ਇਸ ਤਰ੍ਹਾਂ ਦਾ ਛਲ ਕਪਟ ਕਰੀਏ ਕਿ ਜਿਸ ਕਰਕੇ ਮਸਤ ਹਾਥੀ ਤੇ ਜਦੋਂ ਚੜਾ ਦਿਆਂਗੇ ਤਾਂ ਉਸ ਦੀ ਬੁਰੀ ਹਾਲਤ ਹੋਵੇ ਗੁਰੂ ਕੇ ਸੁਪੁੱਤਰ ਦੀ। ਤਾਂ ਇਵੇਂ ਜਦੋਂ ਸਿਖਾਇਆ ਹੈ ਤਾਂ ਇਸ ਔਰੰਗਜ਼ੇਬ ਬਾਦਸ਼ਾਹ ਦੇ ਮਨ ਨੂੰ ਇਹ ਗੱਲ ਬਹੁਤ ਚੰਗੀ ਲੱਗੀ ਹੈ। ਬਹੁ ਸ਼ਰਾਬ ਮੰਗਵਾਏ ਪਿਵਾਈ। ਤੇ ਉਸਨੇ ਸੋਚਿਆ ਕਿ ਇਸ ਤਰ੍ਹਾਂ ਕਰਨਾ ਚਾਹੀਦਾ। ਬਹੁਤੀ ਸ਼ਰਾਬ ਮੰਗਵਾ ਕੇ ਉਸ ਹਾਥੀ ਨੂੰ ਪਿਆ ਦਿੱਤੀ। ਬ੍ਰਿੰਦ ਮਹਾਵਤ ਹੋਏ ਚਹੁ ਕੋਦਾ। ਤੇ ਪਹਿਲਾਂ ਉਸ ਨੂੰ ਕਾਬੂ ਵਿੱਚ ਰੱਖਣ ਵਾਸਤੇ ਬਹੁਤ ਸਾਰੇ ਜਿਹੜੇ ਮਹਾਵਤ ਨੇ ਉਸ ਦੇ ਚਾਰੇ ਪਾਸੇ ਹੋਏ। ਉੱਪਰ ਕਸਿਓ ਸੁਨਹਿਰੀ ਹੌਦਾ। ਤੇ ਹਾਥੀ ਦੇ ਉੱਤੇ ਉਹਨਾਂ ਨੇ ਸੁਨਹਿਰੀ ਰੰਗ ਦਾ ਜੋ ਸੁਨਹਿਰੀ ਹੌਦਾ ਹੈ ਉਹ ਰੱਖ ਦਿੱਤਾ। ਜ਼ਰੀ ਦੋਜ਼ ਕੋ ਪਾਇਓ ਝੂਲੰ। ਤੇ ਉੱਚਾ ਹੌਦਾ ਉਸ ਦੇ ਉੱਪਰ ਬੈਠਣ ਵਾਸਤੇ ਕੱਸ ਦਿੱਤਾ ਹੈ। ਤੇ ਜਰੀਦਾਰ ਸੋਨੇ ਤੇ ਚਾਂਦੀ ਦੇ ਜੋ ਤਾਰਾਂ ਵਾਲਾ ਜਰੀਦਾਰ ਉਸ ਦੇ ਉੱਪਰ ਝੁੱਲ ਹੈ ਉਹ ਵੀ ਪਾ ਦਿੱਤਾ ਹੈ। ਭਇਓ ਮਸਤ ਹਾਥੀ ਰਹਿ ਝੂਲੰ। ਤੇ ਜਿਹੜਾ ਕਿ ਹਾਥੀ ਐਸਾ ਮਸਤ ਹੈ ਜੋ ਹਰ ਵੇਲੇ ਜਦੋਂ ਮਸਤ ਰਹਿੰਦਾ ਆਪਣੀ ਮਸਤੀ ਵਿੱਚ ਹਿੱਲਦਾ ਏ ਤਾਂ ਜਿਹੜਾ ਪਾਇਆ ਹੋਇਆ ਝੁੱਲ ਹੈ ਉਹ ਵੀ ਝੂਲਦਾ ਹੈ। ਤੋਮਰ ਭਾਲੇ ਅੰਕਸ ਕਨੇ। ਤੇ ਜਿਨ੍ਹਾਂ ਨੇ ਮਹਾਵਤ ਨੇ ਆਪਣੇ ਹੱਥਾਂ ਵਿੱਚ ਉਹਨਾਂ ਨੇ ਬਰਛੇ ਫੜੇ ਹੋਏ ਹੈ, ਭਾਲੇ ਨੇਜੇ ਆਦਿਕ ਹੈ ਔਰ ਲੋਹੇ ਦੇ ਕੁੰਡੇ ਹਨ ਉਹਨਾਂ ਦੇ ਕੋਲ। ਦੁਰਗ ਦਿਸ਼ਾਲੇ ਗਮਨਤ ਹਨੇ। ਇਸ ਪ੍ਰਕਾਰ ਹਾਥੀ ਨੂੰ ਕਾਬੂ ਵਿੱਚ ਰੱਖਦੇ ਹੋਏ ਉਸ ਨੂੰ ਨੇਜੇ ਬਰਛੇ ਮਾਰ ਕੇ ਸਿੱਧਾ ਰੱਖਦਿਆਂ ਹੋਇਆ ਤੇ ਉਸ ਦੇ ਮੱਥੇ ਵਿੱਚ ਉੱਪਰ ਉਸ ਨੂੰ ਕਾਬੂ ਵਿੱਚ ਚਲਾਉਣ ਵਾਸਤੇ ਕੁੰਡੇ ਮਾਰਦੇ ਹੋਏ ਗੁਰ ਸੁਤ ਬੀਚ ਕਚਹਿਰੀ ਅਹੈ। ਤੇ ਕਿਲੇ ਵੱਲ ਨੂੰ ਲਿਜਾ ਰਹੇ ਨੇ। ਤੇ ਗੁਰੂ ਕਾ ਸੁਪੁੱਤਰ ਬਾਬਾ ਰਾਮ ਰਾਏ ਜੀ ਬੈਠੇ ਹੋਏ ਨੇ ਔਰੰਗਜ਼ੇਬ ਬਾਦਸ਼ਾਹ ਦੀ ਸਭਾ ਵਿੱਚ। ਸਭ ਦੇਸ਼ ਦੇਖ ਸ਼ਾਹੋ ਤਬ ਕਹੈ। ਤੇ ਸਭਨਾਂ ਵੱਲ ਔਰੰਗਜ਼ੇਬ ਬਾਦਸ਼ਾਹ ਨੇ ਜਦੋਂ ਵੇਖਿਆ ਹੈ, ਵੇਖ ਕੇ ਸਭਾ ਵਿੱਚ ਬੈਠਿਆਂ ਵੱਲ ਕਹਿਣ ਲੱਗਾ, ਚਲੋ ਵਹਿਰ ਉਪਬਨ ਹੋਏ ਆਵਹਿ। ਤੇ ਇਸ ਤਰ੍ਹਾਂ ਸਭਨਾਂ ਵੱਲ ਵੇਖ ਕੇ ਤੇ ਬਾਬਾ ਰਾਮ ਰਾਏ ਜੀ ਨੂੰ ਕਹਿੰਦਾ ਹੈ ਕਿ ਚਲੋ ਚੱਲੀਏ, ਅਸੀਂ ਬਾਹਰ ਜਾਈਏ, ਬਾਹਰ ਬਾਗਾਂ ਦੀ ਸੈਰ ਕਰਕੇ ਆਈਏ। ਬਿਗ ਸਹਿ ਫੂਲ ਸੋ ਛਬ ਦਿਖਰਾਵਹਿ। ਤੇ ਜਿਹੜੇ ਫੁੱਲ ਆਦਿਕ ਖਿੜੇ ਹੋਏ ਹਨ ਉਹਨਾਂ ਦੀ ਛਵੀ ਉਪਮਾ ਵੇਖ ਕੇ ਆਈਏ। ਇਮ ਕਹਿ ਉਠਿਓ ਚੜਿਓ ਅਸਵਾਰੀ। ਤੇ ਇਸ ਤਰ੍ਹਾਂ ਕਹਿ ਕੇ ਔਰੰਗਜ਼ੇਬ ਉੱਠਿਆ ਹੈ ਤੇ ਆਪਣੀ ਸਵਾਰੀ ਉੱਪਰ ਬੈਠਾ। ਸਤਿਗੁਰ ਸੁਤ ਸੋ ਗਿਰਾ ਉਚਾਰੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੁਪੁੱਤਰ ਬਾਬਾ ਰਾਮ ਰਾਏ ਜੀ ਨੂੰ ਇਸ ਤਰ੍ਹਾਂ ਕਹਿੰਦਾ, ਇਸ ਮਤੰਗ ਪਰ ਹੋਏ ਅਸਵਾਰੋ। ਕਹਿੰਦਾ ਹੈ
ਕਿ ਆ ਜੋ ਮਸਤ ਹਾਥੀ ਹੈ ਇਸ ਦੇ ਉੱਪਰ ਤੁਸੀਂ ਸਵਾਰ ਹੋ ਜਾਓ। ਗਮਨਹੁ ਸੰਗ ਉਤੰਗ ਉਦਾਰੋ। ਤੇ ਬਹੁਤ ਉੱਚਾ ਇਹ ਹਾਥੀ ਹੈ ਸ੍ਰੇਸ਼ਟ, ਇਸ ਕਰਕੇ ਤੁਸੀਂ ਉੱਚੇ ਹਾਥੀ ਦੇ ਉੱਪਰ ਬੈਠ ਕੇ ਭਲੇ ਤਰੀਕੇ ਨਾਲ ਜਾਓਗੇ ਮੇਰੇ ਨਾਲ। ਤਜਹੁ ਆਜ ਸਿਵਕਾ ਅਸਵਾਰੀ। ਤੇ ਅੱਜ ਜੋ ਪਾਲਕੀ ਦੀ ਸਵਾਰੀ ਹੈ ਉਸ ਦੇ ਉੱਪਰ ਬੈਠ ਕੇ ਜਾਣਾ ਤੁਸੀਂ ਛੱਡ ਦਿਓ। ਸ਼ੀਘਰ ਚਲਹਿੰਗੇ ਬਿਲਮ ਬਿਸਾਰੀ। ਤੇ ਬਿਨਾਂ ਦੇਰੀ ਤੋਂ ਜੇ ਤੁਸੀਂ ਨਾਲ ਹਾਥੀ ਤੇ ਸਵਾਰ ਹੋ ਕੇ ਜਾਓਗੇ ਤਾਂ ਅਸੀਂ ਛੇਤੀ ਚਲੇ ਜਾਵਾਂਗੇ। ਜਾਨੋ ਦੂਰ ਦਿਵਸ ਰਹਿ ਥੋਰਾ। ਤੇ ਜਾਣਾ ਦੂਰ ਹੈ ਅਸੀਂ, ਤੇ ਦਿਨ ਥੋੜਾ ਰਹਿ ਜਾਵੇਗਾ ਜਿਸ ਵੇਲੇ ਮੁੜ ਕੇ ਆਵਾਂਗੇ। ਆਵਹਿ ਸੰਧਿਆ ਲਗ ਘਰ ਓਰਾ। ਤੇ ਸੰਧਿਆ ਸ਼ਾਮ ਦੇ ਸਮੇਂ ਤੱਕ ਅਸੀਂ ਆਪਣੇ ਘਰਾਂ ਵੱਲ ਨੂੰ ਵਾਪਸ ਆ ਜਾਵਾਂਗੇ। ਸੁਨ ਸ਼੍ਰੀ ਰਾਮ ਰਾਏ ਸਭ ਜਾਨੀ। ਤੇ ਇਸ ਤਰ੍ਹਾਂ ਜਦੋਂ ਔਰੰਗਜ਼ੇਬ ਤੋਂ ਸੁਣਿਆ ਹੈ ਬਾਬਾ ਰਾਮ ਰਾਏ ਜੀ ਨੇ, ਤਾਂ ਆਪਣੇ ਮਨ ਦੇ ਵਿੱਚ ਇਸ ਦੇ ਦਿਲ ਦੀ ਜੋ ਖੋਟ ਹੈ ਜਾਣੀ ਹੈ। ਅਜਹੁ ਪਤਾ ਚਹਿ ਮੂਰਖ ਮਾਨੀ। ਤੇ ਇਸ ਤਰ੍ਹਾਂ ਵਿਚਾਰਿਆ ਬਾਬਾ ਰਾਮ ਰਾਏ ਜੀ ਨੇ ਕਿ ਇਹ ਜਿਹੜੇ ਮੂਰਖ ਹੰਕਾਰੀ ਲੋਕ ਹੈ ਔਰੰਗਜ਼ੇਬ ਦੇ ਸਮੇਤ ਅਜੇ ਤੱਕ ਵੀ ਸ਼ਕਤੀਆਂ ਵੇਖ ਵੇਖ ਕੇ ਇਹਨਾਂ ਦੀ ਤਸੱਲੀ ਨਹੀਂ ਹੋਈ, ਅਜੇ ਵੀ ਪਤਿਆਉਣਾ ਚਾਹੁੰਦੇ ਹੈ, ਸਾਨੂੰ ਪਰਖਣਾ ਚਾਹੁੰਦੇ ਹਨ। ਵਾਹਿਗੁਰੂ ਮੁਖ ਤੇ ਕਹਿ ਕਰਕੇ। ਤੇ ਇਸ ਤਰ੍ਹਾਂ ਵਿਚਾਰ ਕੇ ਬਾਬਾ ਰਾਮ ਰਾਏ ਜੀ ਨੇ ਆਪਣੇ ਮੁਖ ਤੋਂ ਵਾਹਿਗੁਰੂ ਗੁਰ ਮੰਤਰ ਉਚਾਰਨ ਕੀਤਾ। ਬੈਠਿਓ ਮਸਤ ਕਰੀ ਪਰ ਚਰਕੈ। ਮੁਖ ਤੋਂ ਵਾਹਿਗੁਰੂ ਆਖ ਕੇ ਮਸਤ ਹਾਥੀ ਦੇ ਉੱਪਰ ਚੜ੍ਹ ਕੇ ਬੈਠ ਗਏ। ਗਮਨੇ ਪੰਥ ਸ਼ੀਘਰਤਾ ਸਾਥ। ਤੇ ਬਹੁਤ ਛੇਤੀ ਨਾਲ ਫਿਰ ਰਸਤੇ ਤੇ ਚੱਲ ਪਏ ਹਨ ਹਾਥੀ ਦੀ ਸਵਾਰੀ ਕਰਕੇ। ਨਿਜ ਵਾਹਨ ਕਹੋ ਦਿੱਲੀ ਨਾਥ। ਤੇ ਦਿੱਲੀ ਦਾ ਜਿਹੜਾ ਬਾਦਸ਼ਾਹ ਹੈ ਔਰੰਗਜ਼ੇਬ, ਆਪਣੀ ਸਵਾਰੀ ਤੇ ਉਹ ਵੀ ਬੈਠਾ ਹੈ। ਬਹੁਤ ਬੇਗ ਤੇ ਚਲੇ ਪਲਾਏ। ਤੇ ਬਹੁਤ ਹੀ ਤੇਜ਼ੀ ਦੇ ਨਾਲ ਭਜਦੇ ਹੋਏ ਇਹਨਾਂ ਦੇ ਜੋ ਸਾਧਨ ਹਨ ਉਹ ਜਾ ਰਹੇ ਹਨ। ਹਟੇ ਮਹਾਵਤ ਜੇ ਸਮੁਦਾਏ। ਆਪਣੇ ਆਪਣੇ ਵਾਹਨਾਂ ਤੇ ਆਪਣੀਆਂ ਸਵਾਰੀਆਂ ਤੇ ਜਾ ਰਹੇ ਨੇ। ਤੇ ਜਿਨ੍ਹਾਂ ਨੇ ਮਹਾਵਤਾਂ ਨੇ ਹਾਥੀ ਨੂੰ ਪਹਿਲਾਂ ਕਾਬੂ ਵਿੱਚ ਕੀਤਾ ਹੋਇਆ ਸੀ, ਜਦੋਂ ਬਾਬਾ ਰਾਮ ਰਾਏ ਜੀ ਉੱਪਰ ਬੈਠ ਗਏ ਹੈ ਤਾਂ ਉਹ ਛਲ ਕਪਟ ਦੇ ਸਮੇਤ ਜਿਵੇਂ ਉਹਨਾਂ ਨੂੰ ਇਸ਼ਾਰਾ ਕੀਤਾ ਹੋਇਆ ਸੀ ਪਹਿਲਾਂ ਬਾਦਸ਼ਾਹ ਵੱਲੋਂ, ਉਹ ਸਭ ਪਿੱਛੇ ਹਟ ਗਏ। ਹਾਥੀ ਮਸਤ ਸੁੰਡ ਕੋ ਫੇਰਤ। ਤੇ ਜਿਸ ਹਾਥੀ ਦੇ ਉੱਪਰ ਬਾਬਾ ਰਾਮ ਰਾਏ ਜੀ ਬੈਠੇ ਨੇ ਤੇ ਉਹ ਬਹੁਤ ਮਸਤ ਕੀਤਾ ਹੋਇਆ ਸ਼ਰਾਬ ਪਿਆ ਕੇ ਤੇ ਮਸਤ ਹੋ ਕੇ ਤੁਰਿਆ ਜਾਂਦਾ ਏ ਤੇ ਆਪਣੀ ਸੁੰਡ ਘੁਮਾਉਂਦਾ ਹੈ। ਰਕਤ ਨੇਤਰ ਤੇ ਇਤ ਉਤ ਹੇਰਤ। ਤੇ ਆਪਣੀਆਂ ਅੱਖਾਂ ਲਾਲ ਉਸਨੇ ਕੀਤੀਆਂ ਹੋਈਆਂ ਇੱਧਰ ਉੱਧਰ ਵੇਖਦਾ ਜਾਂਦਾ। ਫੁੰਕਾਰਤ ਕਿਲਕਾਰਤ ਘਨੋ। ਤੇ ਫੁੰਕਾਰੇ ਮਾਰਦਾ ਜਾਂਦਾ ਏ ਤੇ ਬਹੁਤ ਹੀ ਚਿੰਗਾੜਦਾ ਹੋਇਆ ਉੱਚੀ ਆਵਾਜ਼ ਕਰਦਾ ਜਾਂਦਾ, ਲੋਕ ਡਰਦੇ ਸੁਣ ਕੇ। ਭਏ ਕ੍ਰੋਧ ਤੇ ਘਾਵਤ ਮਨੋ। ਤੇ ਜਾਣੋ ਕਿ ਬਹੁਤਾ ਗੁੱਸੇ ਵਿੱਚ ਹੈ, ਜਿਹੜਾ ਲੋਕਾਂ ਨੂੰ ਮਾਰਨ ਵਾਸਤੇ ਜਾਣੋ ਤਿਆਰ ਹੈ। ਸ਼ਾਹ ਸਮਾਜ ਸੰਗ ਹੀ ਦੌਰਾ। ਤੇ ਜਿਹੜੇ ਔਰੰਗਜ਼ੇਬ ਬਾਦਸ਼ਾਹ ਦੇ ਲੋਕ ਨੇ, ਉਸ ਦੇ ਸਿਪਾਹੀ ਹੈ ਜਿਹੜੇ ਇਸ ਦੀ ਸਹਾਇਤਾ ਵਾਸਤੇ ਨਾਲ ਨਾਲ ਭੱਜ ਰਹੇ ਨੇ। ਤਰਾਸਤ ਭੱਜ ਹੈ ਹੋਏ ਜਿਸ ਓਰਾ। ਤੇ ਜਿਸ ਤਰਫ ਔਰੰਗਜ਼ੇਬ ਜਾ ਰਿਹਾ ਇਸ ਦੀ ਸਹਾਇਤਾ ਵਾਸਤੇ ਨਾਲ ਜਾ ਰਹੇ ਹੈ। ਤੇ ਜਿਹੜਾ ਬਾਬਾ ਰਾਮ ਰਾਏ ਜੀ ਵਾਲਾ ਹਾਥੀ ਹੈ ਮਸਤ ਹਾਥੀ, ਤਾਂ ਉਸ ਤੋਂ ਡਰਦੇ ਹੋਏ ਇੱਧਰ ਉੱਧਰ ਹੋ ਕੇ ਔਰੰਗਜ਼ੇਬ ਬਾਦਸ਼ਾਹ ਦੇ ਸਿਪਾਹੀ ਜਾਂਦੇ ਨੇ। ਗੁਰ ਸੁਤ ਹੋਦੇ ਪਰ ਚੜ ਰਹਿਓ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦਾ ਬਾਬਾ ਰਾਮ ਰਾਏ ਜੀ ਮਸਤ ਹਾਥੀ ਦੇ ਹੌਦੇ ਦੇ ਉੱਤੇ ਬੈਠੇ ਹੋਏ ਆ। ਹਾਥ ਛਰੀ ਸੋ ਪ੍ਰੇਰਤ ਰਹਿਓ। ਤੇ ਆਪਣੇ ਹੱਥ ਵਿੱਚ ਛੜੀ ਜੋ ਸੋਟੀ ਫੜੀ ਹੋਈ ਹੈ, ਉਸ ਸੋਟੀ ਦੇ ਨਾਲ ਹੀ ਹਾਥੀ ਨੂੰ ਪ੍ਰੇਰਦੇ ਹਨ। ਜਿਸ ਹਾਥੀ ਨੂੰ ਬੜੇ ਹੀ ਬਰਸ਼ਿਆਂ ਦੇ ਨਾਲ ਨੇਜਿਆਂ ਦੇ ਨਾਲ ਕਾਬੂ ਵਿੱਚ ਕੀਤਾ ਜਾਂਦਾ ਹੈ ਤੇ ਇੱਕ ਮਹਾਵਤ ਉੱਤੇ ਬਹਿੰਦਾ ਹੈ ਤੇ ਉਸ ਦੇ ਮੱਥੇ ਵਿੱਚ ਕੁੰਡੇ ਮਾਰਦਾ ਹੈ, ਫਿਰ ਕਾਬੂ ਵਿੱਚ ਹੋਣ ਵਾਲਾ ਹੈ ਤੇ ਬਹੁਤੀ ਦੂਰ ਤਾਂ ਇਸ ਨੂੰ ਲਿਜਾਂਦੇ ਨਹੀਂ, ਐਸਾ ਮਸਤ ਹਾਥੀ ਹੈ। ਪਰ ਬਾਬਾ ਰਾਮ ਰਾਏ ਜੀ ਗੁਰੂ ਕੀ ਕਿਰਪਾ ਨਾਲ ਉੱਤੇ ਬੈਠੇ ਹੋਏ ਨੇ ਤੇ ਆਪਣੇ ਹੱਥ ਵਿੱਚ ਸੋਟੀ ਫੜੀ ਹੋਈ ਹੈ ਤੇ ਉਸ ਸੋਟੀ ਦੇ ਨਾਲ ਹੀ ਪ੍ਰੇਰ ਕੇ ਇੱਧਰ ਉੱਧਰ ਲਿਜਾਂਦੇ ਹਨ। ਜਿਸ ਦਿਸ਼ ਕੋ ਚਿਤ ਚਹਿਤ ਚਲਾਇਓ। ਤੇ ਜਿਸ ਤਰਫ ਵੀ ਆਪ ਚਾਹੁੰਦੇ ਹਨ ਕਿ ਇੱਧਰ ਨੂੰ ਇਸ ਹਾਥੀ ਨੂੰ ਲੈ ਜਾਵਾਂ,
ਹਾਥ ਛਰੀ ਸੋ ਤਿਤ ਹੈ ਧਵਾਇਓ। ਤੇ ਆਪਣੇ ਹੱਥ ਦੀ ਫੜੀ ਹੋਈ ਸੋਟੀ ਦੇ ਨਾਲ ਉਧਰ ਨੂੰ ਇਸ਼ਾਰਾ ਕਰਕੇ ਹਾਥੀ ਨੂੰ ਤੋਰ ਦੇ। ਜਹ ਸਮੀਪ ਭਾਜਤ ਹੋਏ ਜਾਏ। ਤੇ ਜਿਨ੍ਹਾਂ ਦੇ ਨੇੜਿਓਂ ਦੀ ਭਜਦਾ ਹੋਇਆ ਹਾਥੀ ਜਾਂਦਾ ਹੈ, ਦਿਖਤ ਪਲਾਵਤ ਜਨ ਇਹੋ ਖਾਏ। ਤੇ ਜਿਸ ਤਰਫ ਲੋਕ ਹਨ ਜਿੱਧਰੋਂ ਦੀ ਹਾਥੀ ਲੰਘਦਾ ਹੈ, ਜਿਹੜੇ ਰਾਹ ਵਿੱਚ ਲੋਕ ਖਲੋਤੇ ਹੋਏ ਨੇ, ਉਹ ਵੇਖ ਕੇ ਡਰਦੇ ਆ ਕਿ ਕਿਤੇ ਸਾਨੂੰ ਇਹ ਖਾ ਹੀ ਨਾ ਜਾਵੇ, ਮਾਰ ਹੀ ਨਾ ਦੇਵੇ। ਵੇਖ ਭਿਆਨਕ ਹਾਥੀ ਕੇਰ। ਤੇ ਜਿਸ ਦਾ ਕਿ ਬਹੁਤਾ ਜ਼ਿਆਦਾ ਭਿਆਨਕ ਰੂਪ ਹਾਥੀ ਦਾ ਵੇਖਦੇ ਲੋਕ ਡਰਦੇ। ਜਾਹੇ ਪਲਾਵਤ ਕਰਤਨ ਨੇਰ। ਤੇ ਜਿਹੜੇ ਕਿ ਲੋਕ ਡਰੀ ਜਾਂਦੇ ਆ ਤੇ ਕੋਈ ਵੀ ਇਸ ਦੇ ਨੇੜੇ ਨਹੀਂ ਹੋਣਾ ਚਾਹੁੰਦਾ। ਆਪਣੇ ਰਸਤਿਆਂ ਤੋਂ ਕਈ ਹੇਠਾਂ ਉਤਰਦੇ ਹਨ ਡਰਦੇ ਹੋਏ। ਹੇਰ ਹੇਰ ਭਾਜਤ ਹੈ ਜਿਉਂ ਜਿਉਂ। ਤੇ ਜਿਵੇਂ ਜਿਵੇਂ ਵੀ ਜਿਹੜੇ ਵੇਖਣ ਵਾਲੇ ਲੋਕ ਨੇ ਡਰਦੇ ਹੋਏ ਜਿਸ ਤਰ੍ਹਾਂ ਵੀ ਦੇਖ ਕੇ ਭੱਜਦੇ ਹਨ। ਹਸ ਹਸ ਪਰੈ ਸ਼ਾਹ ਬਹੁ ਤਿਉਂ ਤਿਉਂ। ਤੇ ਔਰੰਗਜ਼ੇਬ ਬਾਦਸ਼ਾਹ ਜਿਹੜਾ ਆਪਣੀ ਸਵਾਰੀ ਤੇ ਨਾਲ ਨਾਲ ਜਾ ਰਿਹਾ ਹੈ ਤੇ ਵੇਖ ਕੇ ਬਹੁਤਾ ਹੀ ਹੱਸਦਾ ਖੁਸ਼ ਹੁੰਦਾ। ਕੋਏ ਕਠਾਡੇ ਪਿਖੈ ਤਮਾਸ਼ਾ। ਤੇ ਕਈ ਇਹੋ ਜਿਹੇ ਹਨ ਜਿਹੜੇ ਦਲੇਰੀ ਨਾਲ ਖੜੇ ਹੀ ਤਮਾਸ਼ਾ ਲਾਂਭੇ ਹੋ ਕੇ ਵੇਖਣ ਦੀ ਕੋਸ਼ਿਸ਼ ਕਰਦੇ ਆ। ਡਰਦੇ ਉਹ ਵੀ ਹਨ ਕਿ ਕਿਤੇ ਅਸੀਂ ਜ਼ਿਆਦਾ ਅਗਾਂਹ ਨਾ ਹੋਈਏ, ਦੂਰੋਂ ਇਹ ਤਮਾਸ਼ਾ ਵੇਖੀਏ ਕਿਵੇਂ ਗੁਰੂ ਕਾ ਜੋ ਸਾਹਿਬਜ਼ਾਦਾ ਹੈ ਉਹ ਹਾਥੀ ਤੋਂ ਡਿੱਗਦਾ ਹੈ ਕਿ ਨਹੀਂ। ਕੇਤਕ ਔਰ ਧਰਕਤ ਕਰ ਤਰਾਸਾ। ਤੇ ਕਈ ਬਹੁਤੇ ਜ਼ਿਆਦਾ ਜੋ ਡਰਦੇ ਹੋਏ ਜਿਨ੍ਹਾਂ ਦੀਆਂ ਛਾਤੀਆਂ ਧੜਕ ਰਹੀਆਂ ਹਨ। ਮਾਰਿਓ ਤੋ ਮੋਹੇ ਕਰ ਐਸੇ। ਤੇ ਕਈ ਇਸ ਤਰ੍ਹਾਂ ਕਹਿੰਦੇ ਆ, ਜਿਹੜੇ ਬਚ ਜਾਂਦੇ ਨੇ ਮਸਾਂ ਮਸਾਂ ਭੱਜ ਕੇ ਡਿੱਗਦੇ ਹੋਏ ਆਪਣਾ ਬਚਾਅ ਕਰਦੇ ਆ। ਇਵੇਂ ਆਖਦੇ ਨੇ ਕਿ ਮੈਨੂੰ ਤਾਂ ਇਵੇਂ ਲੱਗਿਆ ਕਿ ਜਿਵੇਂ ਹਾਥੀ ਨੇ ਮਾਰ ਹੀ ਦਿੱਤਾ ਹੋਵੇ। ਸ਼ੀਗਰ ਲਾਏ ਬਚਿਓ ਮੈਂ ਕੈਸੇ। ਤੇ ਮਸਾਂ ਮਸਾਂ ਹੀ ਮੈਂ ਬੜੀ ਛੇਤੀ ਨਾਲ ਯਤਨ ਕਰਕੇ ਦੌੜ ਕੇ ਹੀ ਉਸ ਹਾਥੀ ਤੋਂ ਬਚ ਸਕਿਆ ਹਾਂ। ਬਹੁ ਚਿੰਗਾਰਤ ਸ਼ਬਦ ਉਠਾਵੇ। ਤੇ ਇਸ ਤਰ੍ਹਾਂ ਹਾਥੀ ਮਸਤ ਹੈ ਜੋ ਜਾ ਰਿਹਾ ਹੈ, ਜਿਸ ਤੇ ਬਾਬਾ ਰਾਮ ਰਾਏ ਜੀ ਬੈਠੇ ਹੈ, ਤੇ ਬਹੁਤਾ ਹੀ ਚਿੰਗਾੜਦਾ ਉੱਚੀ ਆਵਾਜ਼ ਕਰਦਾ ਜਾਂਦਾ। ਕਰੇ ਕੁੰਡਲੀ ਸੁੰਡ ਭਰਮਾਵੇ। ਜੋ ਆਪਣੇ ਪੌੜਾਂ ਦੀ ਕੁੰਡਲੀ ਬਣਾਉਂਦਾ ਹੋਇਆ ਅਗਾਂਹ ਆਪਣੇ ਕਦਮ ਰੱਖਦਾ ਹੈ ਔਰ ਆਪਣੀ ਸੁੰਡ ਨੂੰ ਘਮਾਉਂਦਾ ਹੈ। ਲਾਂਗੁਲ ਗਾਡੀ ਅਦਕ ਚਲਾਏ। ਪੱਕੀ ਆਪਣੀ ਜੋ ਪੂਛਲ ਹੈ ਉਸ ਦੀ ਉਸ ਨੂੰ ਫੇਰਦਾ ਜਾਂਦਾ। ਦੰਤ ਗਡਾਵਤ ਇਤ ਉਤ ਜਾਏ। ਤੇ ਜਿਸ ਨੇ ਦੰਦ ਆਪਣੇ ਕੱਢੇ ਹੋਏ ਆ ਇੱਧਰ ਉੱਧਰ ਆਪਣੀ ਸੁੰਡ ਨੂੰ ਫੇਰਦਾ ਹੋਇਆ ਜਾਂਦਾ, ਡਰਾਉਂਦਾ ਲੋਕਾਂ ਨੂੰ। ਗੁਰ ਸੁਤ ਹਤ ਹੈ ਛਰੀ ਮਗ ਪ੍ਰੇਰਤ। ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਸਾਹਿਬਜ਼ਾਦਾ ਬਾਬਾ ਰਾਮ ਰਾਏ ਜੀ ਉੱਪਰ ਆਪਣੇ ਹੱਥ ਵਿੱਚ ਛੜੀ ਭਾਵ ਸੋਟੀ ਲੈ ਕੇ ਬੈਠੇ ਹੋਏ ਹੈ, ਤੇ ਸੋਟੀ ਦੇ ਇਸ਼ਾਰੇ ਦੇ ਨਾਲ ਇੱਧਰ ਉੱਧਰ ਉਸ ਨੂੰ ਪ੍ਰੇਰਦੇ। ਸ਼ਾਹ ਸਹਿਤ ਚਹੁ ਦਿਸ਼ ਸਭ ਹੇਰਤ। ਤੇ ਔਰੰਗਜ਼ੇਬ ਬਾਦਸ਼ਾਹ ਦੇ ਸਮੇਤ ਚਾਰੇ ਪਾਸੇ ਜਿਹੜੇ ਉਸ ਦੇ ਸਿਪਾਹੀ ਹੈ ਉਹ ਵੀ ਵੇਖ ਰਹੇ ਹਨ। ਕੋਸ ਕੁਲੋ ਚਲ ਕੈ ਪੁਨ ਆਏ। ਤੇ ਇੱਕ ਕੋਹ ਦੀ ਦੂਰੀ ਤੱਕ ਬਾਬਾ ਜੀ ਨੇ ਮਸਤ ਹਾਥੀ ਤੇ ਸਵਾਰੀ ਕਰਕੇ ਫਿਰ ਕੇ ਵਾਪਸ ਆਉਣਾ ਕੀਤਾ। ਗਮਨ ਹੈ ਗਜ ਮਗ ਜਿਮ ਗਮਨਾਏ। ਤੇ ਜਿਸ ਤਰ੍ਹਾਂ ਚਲਾਉਣਾ ਚਾਹੁੰਦੇ ਉਸੇ ਤਰ੍ਹਾਂ ਹੀ ਹਾਥੀ ਰਸਤੇ ਤੇ ਚੱਲਦਾ ਰਿਹਾ। ਬਿਨਾ ਮਹਾਵਤ ਚਹਿਤ ਚਲਾਵਤ। ਤੇ ਜਿਸ ਨੂੰ ਕਿ ਬਿਨਾਂ ਮਹਾਵਤ ਤੋਂ ਚਲਾਇਆ ਨਹੀਂ ਜਾ ਸਕਦਾ, ਉਸ ਨੂੰ ਜਿਵੇਂ ਚਾਹੁੰਦੇ ਉਸੇ ਤਰ੍ਹਾਂ ਹੀ ਚਲਾਉਂਦੇ ਰਹੇ ਹਨ ਬੈਠ ਕੇ। ਗੁਰ ਸੁਤ ਕੇ ਅਨੁਸਾਰੀ ਧਾਵਤ। ਤੇ ਇਸ ਤਰ੍ਹਾਂ ਸਾਧ ਸੰਗਤ ਜੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਸਤਿਗੁਰਾਂ ਦੇ ਸਾਹਿਬਜ਼ਾਦਾ ਬਾਬਾ ਰਾਮ ਰਾਏ ਜੀ ਦੇ ਅਨੁਸਾਰੀ ਹੋ ਕੇ ਜਿਹੜਾ ਛਲ ਕਪਟ ਦੇ ਸਹਿਤ ਸ਼ਰਾਬ ਪਿਆ ਕੇ ਜਿਸ ਦੀ ਸਵਾਰੀ ਬਾਬਾ ਰਾਮ ਰਾਏ ਜੀ ਤੋਂ ਕਰਵਾਈ ਹੈ ਔਰੰਗਜ਼ੇਬ ਨੇ, ਅਤੇ ਉਸ ਦੇ ਸਭਾ ਵਿੱਚ ਬੈਠਣ ਵਾਲੇ ਲੋਕਾਂ ਨੇ ਦੁਸ਼ਟਤਾ ਦੇ ਨਾਲ ਉਸ ਹਾਥੀ ਨੂੰ ਵੱਸ ਵਿੱਚ ਕਰਕੇ ਚਲਾਉਂਦੇ ਹਨ। ਦੇਖ ਦੇਖ ਕਰ ਤਰਾਸ ਉਪਾਵੈ। ਤੇ ਵੇਖਣ ਵਾਲਿਆਂ ਨੂੰ ਵੇਖ ਵੇਖ ਕੇ ਬਹੁਤ ਡਰ ਲੱਗਦਾ ਰਿਹਾ। ਨਹਿ ਕਿਸ ਹੂੰ ਪਰ ਚੋਟ ਚਲਾਵੈ। ਪਰ ਆਪਣੇ ਅਧੀਨ ਕਰਕੇ ਰੱਖਿਆ, ਕਾਬੂ ਵਿੱਚ ਹੀ ਬਾਬਾ ਰਾਮ ਰਾਏ ਜੀ ਨੇ ਰੱਖਿਆ ਹੈ, ਤੇ ਕਿਸੇ ਦੇ ਉੱਪਰ ਵੀ ਚੋਟ ਨਹੀਂ ਕਰਨ ਦਿੱਤੀ ਉਸ ਨੂੰ। ਸੰਧਿਆ ਲਓ ਫਿਰ ਕੈ ਮੁਰ ਆਇਓ। ਤੇ ਇਸ ਤਰ੍ਹਾਂ ਇੱਕ ਕੋਹ ਦੀ ਦੂਰੀ ਤੱਕ ਚੱਲ ਕੇ ਇੱਧਰ ਉੱਧਰ ਦੂਰ ਤੱਕ ਫਿਰ ਕੇ ਮੋੜ ਕੇ ਵਾਪਸ ਲੈ ਕੇ ਆਂਦਾ ਸ਼ਾਮ ਦੇ ਸਮੇਂ ਤੱਕ। ਦਵਾਰ ਦੁਰਗ ਕੇ ਗੱਜ ਬੈਠਾਇਓ। ਤੇ ਹਾਥੀ ਨੂੰ ਲਿਆ ਕੇ
ਬਾਦਸ਼ਾਹ ਦੇ ਕਿਲੇ ਦੇ ਦਰਵਾਜ਼ੇ ਅੱਗੇ ਲਿਆ ਬਿਠਾਇਆ। ਸਨੈ ਸਨੈ ਉਤਰੇ ਗੁਰ ਨੰਦ। ਤੇ ਸਹਿਜੇ ਸਹਿਜੇ ਗੁਰੂ ਕੇ ਸਪੁੱਤਰ ਬਾਬਾ ਰਾਮ ਰਾਏ ਜੀ ਉਸ ਮਸਤ ਹਾਥੀ ਤੋਂ ਹੇਠਾਂ ਉਤਰੇ ਹਨ। ਪੁਨ ਤਜ ਦੀਨ ਮਤੰਗ ਬਿਲੰਦ। ਤੇ ਇਹ ਜੋ ਬਹੁਤ ਵੱਡਾ ਬਲ ਵਾਲਾ ਭਾਰੀ ਹਾਥੀ ਹੈ ਉਸ ਨੂੰ ਬਾਬਾ ਰਾਮ ਰਾਏ ਜੀ ਨੇ ਛੱਡ ਦਿੱਤਾ। ਤਬ ਹੈ ਮਹਾਵਤ ਹੋਇ ਸਮੁਦਾਈ। ਤਾਂ ਜਦੋਂ ਛੱਡ ਕੇ ਲਾਂਭੇ ਹੋਏ ਹੈ ਤਾਂ ਉਸੇ ਵੇਲੇ ਹੀ ਬਹੁਤ ਸਾਰੇ ਜਿਹੜੇ ਮਹਾਵਤ ਨੇ ਹਾਥੀ ਨੂੰ ਵੱਸ ਵਿੱਚ ਕਰਨ ਵਾਲੇ ਨੇੜੇ ਆ ਗਏ। ਗਹਿ ਤੋਂ ਮਰ ਘੇਰਿਓ ਬਰਿਆਈ। ਜਿਨ੍ਹਾਂ ਨੇ ਆਪਣੇ ਹੱਥਾਂ ਵਿੱਚ ਬਰਛੇ ਫੜੇ ਹੋਏ ਹੈ ਬੜੇ ਬਲ ਦੇ ਸਹਿਤ ਹੋ ਕੇ ਉਹਨਾਂ ਨੇ ਛੇਤੀ ਇਸ ਮਸਤ ਹਾਥੀ ਨੂੰ ਘੇਰਾ ਕੱਤਿਆ। ਸਨੇ ਸਨੇ ਨਿਜ ਥਲ ਲੈ ਆਏ। ਤੇ ਹੌਲੀ ਹੌਲੀ ਉਸ ਥਾਂ ਤੇ ਜਿੱਥੇ ਹਾਥੀ ਨੂੰ ਰੱਖਿਆ ਜਾਂਦਾ ਲੈ ਕੇ ਆਏ। ਖਰੇ ਦੂਰ ਨਹਿ ਨਿਕਟ ਸਿਧਾਏ। ਪਰ ਦੂਰ ਦੂਰ ਹੀ ਖੜੇ ਰਹਿੰਦੇ, ਕੋਈ ਵੀ ਇਸ ਮਸਤ ਹਾਥੀ ਦੇ ਨੇੜੇ ਆਪ ਨਾ ਜਾਂਦਾ। ਅਮਲ ਸ਼ਰਾਬ ਰਹਿਓ ਗਜ ਜਾਵਦ। ਕਿਉਂਕਿ ਜਦੋਂ ਤੱਕ ਇਸ ਨੂੰ ਸ਼ਰਾਬ ਦਾ ਨਸ਼ਾ ਰਿਹਾ ਹੈ, ਬਹੁਤੀ ਸ਼ਰਾਬ ਪਿਆਈ ਹੈ ਕਿ ਬਹੁਤਾ ਸ਼ਰਾਬ ਦੇ ਵਿੱਚ ਮਸਤ ਹੋ ਜਾਵੇਗਾ, ਫਿਰ ਵੱਸ ਵਿੱਚ ਨਹੀਂ ਹੋ ਸਕੇਗਾ। ਗੁਰੂ ਕਾ ਸਪੁੱਤਰ ਹਾਥੀ ਤੋਂ ਹੇਠਾਂ ਡਿੱਗ ਪਵੇਗਾ। ਹਾਥੀ ਗੁਰੂ ਕੇ ਸਾਹਿਬਜ਼ਾਦੇ ਨੂੰ ਸੱਟਾਂ ਲਗਾ ਦੇਵੇਗਾ ਜਾਂ ਮਾਰ ਦੇਵੇਗਾ। ਇਸ ਤਰ੍ਹਾਂ ਦਾ ਜਿਨ੍ਹਾਂ ਨੇ ਛਲ ਕਪਟ ਕੀਤਾ ਸੀ। ਪਰ ਐਸੀ ਸ਼ਰਾਬ ਤਾਂ ਪਿਆਈ ਹੈ, ਉਹ ਸ਼ਰਾਬ ਜਿਹੜੀ ਹੈ ਹੁਣ ਛੇਤੀ ਉਤਰਦੀ ਨਹੀਂ ਹੈ। ਜਦੋਂ ਤੱਕ ਉਸ ਦੀ ਸ਼ਰਾਬ ਉਤਰੀ ਨਹੀਂ ਉਹਨਾਂ ਚਿਰ ਤੱਕ ਉਸ ਦੇ ਨੇੜੇ ਕੋਈ ਨਹੀਂ ਗਿਆ। ਨਹੀਂ ਸਮੀਪ ਗਏ ਨਰ ਤਾਵਦ। ਤੇ ਉਹਨਾਂ ਚਿਰ ਤੱਕ ਕੋਈ ਵੀ ਮਨੁੱਖ ਜਿਹੜਾ ਹੈ, ਕੋਈ ਵੀ ਮਹਾਵਤ ਨੇ, ਉਹ ਬਹੁਤਾ ਨੇੜੇ ਨਹੀਂ ਗਏ ਹਨ। ਦਾਬ ਬਚਾਏ ਸ਼੍ਰਿੰਖਲਾ ਪਾਈ। ਤੇ ਬੜਾ ਹੀ ਦਾ ਜਿਹਾ ਬਚਾ ਕਰਕੇ ਫਿਰ ਉਸ ਨੂੰ ਸੰਗਲ ਪਾ ਦਿੱਤੇ। ਬਾਂਧਿਓ ਦ੍ਰਿੜ ਆਗਾ ਪਿਛਵਾਈ। ਤੇ ਉਸ ਦੇ ਅਗਲੇ ਪੌੜਾਂ ਨੂੰ ਤੇ ਪਿਛਲੇ ਪੈਰਾਂ ਨੂੰ ਅੱਗੋਂ ਪਿੱਛੋਂ ਫਿਰ ਬੰਨ੍ਹ ਦਿੱਤਾ ਹੈ, ਉਸ ਨੂੰ ਕਾਬੂ ਵਿੱਚ ਕੀਤਾ ਏ। ਗੁਰ ਸੁਤ ਕੋ ਸਭ ਲੋਕ ਸਰਾਹੈ। ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦਾ ਬਾਬਾ ਰਾਮ ਰਾਏ ਜੀ ਨੂੰ ਸਾਰੇ ਲੋਕ ਸਲਾਹੁੰਦੇ ਹਨ। ਸੁਨ ਸੁਨ ਜਸ ਕੋ ਪਿਖਨ ਉਮਾਹੈ। ਤੇ ਸਿਫਤ ਹੀ ਕਰਦੇ ਨੇ। ਤੇ ਜਿਹੜੇ ਵੀ ਜਸ ਸੁਣਦੇ ਹੈ ਬਾਬਾ ਰਾਮ ਰਾਏ ਜੀ ਦਾ, ਉਹ ਚਾਹੁੰਦੇ ਹਨ ਕਿ ਅਸੀਂ ਦਰਸ਼ਨ ਕਰੀਏ ਜਾ ਕੇ ਉਹਨਾਂ ਦੇ। ਰੰਕ ਰਾਵ ਸਭ ਆਵਤ ਡੇਰੇ। ਤੇ ਜਿਹੜੇ ਕੰਗਾਲ ਕਹੇ ਜਾਂਦੇ ਹੈ, ਕੋਈ ਰਾਜੇ ਮਹਾਰਾਜੇ ਆਖੇ ਜਾਂਦੇ ਨੇ, ਕੀ ਗਰੀਬ ਕੀ ਕੋਈ ਅਮੀਰ ਹਨ, ਸਭ ਹੀ ਪ੍ਰਭਾਵਿਤ ਹੋ ਕੇ ਬਾਬਾ ਰਾਮ ਰਾਏ ਜੀ ਦੇ ਦਰਸ਼ਨ ਕਰਨ ਵਾਸਤੇ ਡੇਰੇ ਆਉਣ ਲੱਗੇ। ਬੰਦ ਹੈ ਅਰਪ ਹੈ ਦਰਬ ਕਨਹਿਰੇ। ਨਮਸਕਾਰਾਂ ਕਰਦੇ ਨੇ ਤੇ ਬਹੁਤ ਸਾਰਾ ਧਨ ਬਾਬਾ ਰਾਮ ਰਾਏ ਜੀ ਦੇ ਪਾਸ ਭੇਟਾ ਕਰਦੇ। ਕੇਤਕ ਸਿੱਖ ਹੋ ਹੈ ਧਰ ਪਾਉ। ਤੇ ਬਹੁਤਾ ਪ੍ਰੇਮ ਧਾਰ ਕਰਕੇ ਕਈ ਬਾਬਾ ਜੀ ਦੇ ਸੇਵਕ ਸਿੱਖ ਬਣਦੇ ਹਨ। ਕਰਹਿ ਬਿਲੋਕਨ ਬਿਦਤ ਪ੍ਰਭਾਉ। ਕਿਉਂਕਿ ਜਿਨ੍ਹਾਂ ਨੇ ਪ੍ਰਗਟ ਹੀ ਬਹੁਤਾ ਜ਼ਿਆਦਾ ਪ੍ਰਭਾਵ ਵੇਖ ਲਿਆ ਕਿ ਕਿੰਨੀ ਵੱਡੀ ਸ਼ਕਤੀ ਹੈ ਇਹਨਾਂ ਦੇ ਪਾਸ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ, ਇਸ ਲਈ ਸ਼ਕਤੀ ਕਰਾਮਾਤ ਜਿਨ੍ਹਾਂ ਨੇ ਵੇਖ ਲਈ ਹੈ, ਜਾਣ ਲਿਆ ਹੈ ਕਿ ਇਹਨਾਂ ਨੂੰ ਛਲ ਨਹੀਂ ਸਕਿਆ ਔਰੰਗਜ਼ੇਬ ਬਾਦਸ਼ਾਹ। ਭਾਵੇਂ ਉਸ ਨੂੰ ਅਨੇਕਾਂ ਹੀ ਉਸ ਦੇ ਉਲਮਾਵਾਂ ਨੇ, ਵਿਦਵਾਨਾਂ ਨੇ, ਕਾਜ਼ੀਆਂ, ਮੁੱਲਾਂ, ਅਹਿਲਕਾਰਾਂ, ਸਿਆਣਿਆਂ ਨੇ ਬੜੇ ਛਲ ਕਪਟ ਕਰਦਿਆਂ ਹੋਇਆਂ ਭਰਮਾਉਣ ਦਾ ਯਤਨ ਕੀਤਾ ਹੈ। ਇਹਨਾਂ ਨੂੰ ਕਠਨ ਔਖੇ ਤੋਂ ਔਖੇ ਕੰਮ ਵੀ ਦੱਸੇ ਹੈ, ਜਿਸ ਕਰਕੇ ਇਹਨਾਂ ਨੂੰ ਜੋ ਨੁਕਸਾਨ ਪਹੁੰਚਾਇਆ ਜਾਵੇ, ਪਰ ਕਿਸੇ ਤਰ੍ਹਾਂ ਵੀ ਬਾਬਾ ਰਾਮ ਰਾਏ ਜੀ ਦਾ ਨੁਕਸਾਨ ਨਹੀਂ ਕਰ ਸਕੇ। ਸੋ ਇਸ ਕਰਕੇ ਲੋਕ ਬਹੁਤੇ ਪ੍ਰਭਾਵਿਤ ਹੋ ਕੇ ਨਮਸਕਾਰਾਂ ਕਰਦੇ ਆ ਕੇ। ਦਰਸ਼ਨ ਹੇਤ ਭੀੜ ਨਿਤ ਰਹੈ। ਤੇ ਦਰਸ਼ਨ ਕਰਨ ਵਾਸਤੇ ਬਹੁਤ ਹੀ ਸੰਗਤਾਂ ਦਾ ਇਕੱਠ ਹੁੰਦਾ ਬਾਬਾ ਰਾਮ ਰਾਏ ਜੀ ਦੇ ਕੋਲ। ਧੰਨ ਧੰਨ ਦੇਖਤ ਹੀ ਕਹੈ। ਤੇ ਜਿਹੜੇ ਆ ਕੇ ਦਰਸ਼ਨ ਕਰਦੇ ਆ ਉਹ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਦੀ ਬਖਸ਼ਿਸ਼ ਦੁਆਰਾ ਵੇਖ ਕੇ ਧੰਨ ਧੰਨ ਹੀ ਆਖਦੇ ਹਨ। ਕੇਤਕ ਚਾਕਰ ਹੋਏ ਰਹਿ ਸੰਗ। ਤੇ ਕਿੰਨੇ ਹੀ ਚਾਕਰ ਬਣ ਕੇ, ਸੇਵਕ ਬਣ ਕੇ ਬਾਬਾ ਰਾਮ ਰਾਏ ਜੀ ਦੇ ਕੋਲ ਸੇਵਾ ਵਿੱਚ ਹਾਜ਼ਰ ਰਹਿ ਕੇ
ਰਹਿਣ ਲੱਗ ਪਏ ਪਾਸ। ਕਰੇ ਖਰੀਦਨ ਬ੍ਰਿੰਦ ਤੁਰੰਗ, ਤੇ ਬਾਬਾ ਰਾਮ ਰਾਏ ਜੀ ਨੇ ਬਹੁਤ ਸਾਰੇ ਘੋੜੇ ਵੀ ਖਰੀਦ ਲਏ। ਗਹੇ ਸ਼ਸਤਰ ਦਲ ਬਹੁਤ ਬਨਾਇਓ, ਤੇ ਸ਼ਸਤਰ ਧਾਰੀ ਜਿਹੜੇ ਸੂਰਮੇ ਪਾਸ ਰਹਿਣ ਵਾਲੇ ਹਨ, ਇਹੋ ਜਿਹੇ ਸੂਰਮੇ ਸਿਪਾਹੀਆਂ ਵਾਲਾ ਵੀ ਵੱਡਾ ਫੌਜਾਂ ਦਾ ਦਲ ਵੀ ਗੁਰੂ ਕੇ ਸਪੁੱਤਰ ਬਾਬਾ ਰਾਮ ਰਾਏ ਜੀ ਨੇ ਬਣਾ ਲਿਆ। ਸਕਲ ਸਮਾਜ ਸਕੇਲ ਬਿਰਧਾਇਓ, ਤੇ ਬਹੁਤ ਜ਼ਿਆਦਾ ਸਾਜੋ ਸਮਾਨ ਇਕੱਠਾ ਹੋਇਆ। ਬਹੁਤੀਆਂ ਫੌਜਾਂ ਹਨ, ਸੂਰਮੇ ਨੇ ਸੇਵਕ ਪਾਸ ਰਹਿੰਦੇ ਐ, ਤੇ ਇਸ ਤਰ੍ਹਾਂ ਬਹੁਤੀ ਵਿਭੂਤੀ ਵੱਧ ਗਈ। ਆਮਦ ਬੜੀ ਹੋਏ ਨਿਜ ਪਾਸ, ਤੇ ਜਿਨ੍ਹਾਂ ਦੇ ਕੋਲ ਬਹੁਤੀ ਜ਼ਿਆਦਾ ਆਮਦਨ ਹੋ ਗਈ ਹੈ ਧਨ ਪਦਾਰਥਾਂ ਦੀ। ਪੁੰਜ ਮਸੰਦ ਕਰਹਿ ਅਰਦਾਸ, ਤੇ ਬਹੁਤ ਸਾਰੇ ਮਸੰਦ ਸੇਵਕ ਵੀ ਬਣ ਗਏ ਹੈ, ਤੇ ਮੇਵੜੇ ਸਿੱਖ ਅਰਦਾਸਾਂ ਬੇਨਤੀਆਂ ਕਰਦੇ ਹਨ। ਕਾਰਦਾਰ ਹੋਏ ਕਿਤਕ ਵਿਸਾਲ, ਤੇ ਕਿੰਨੇ ਹੀ ਬਹੁਤ ਸਾਰੇ ਕਾਰ ਵਿਹਾਰ ਚਲਾਉਣ ਵਾਲੇ ਜਿਹੜੇ ਜ਼ਿੰਮੇਵਾਰ ਸਿੱਖ ਹਨ, ਜੋ ਕਾਰਦਾਰ ਨੇ, ਭਾਵ ਕੰਮ ਕਰਾਉਣ ਦੀ ਸਾਰੀ ਜ਼ਿੰਮੇਵਾਰੀ ਨਿਭਾਉਂਦੇ ਹਨ, ਜਿਹੜੇ ਬਦੇ ਮੇਵੜੇ ਟਿਗ ਰਹੇ ਜਾਲ, ਉਹ ਬਹੁਤ ਸਾਰੇ ਹੋ ਗਏ ਹੈ। ਤੇ ਬਹੁਤੇ ਮੇਵੜੇ ਅਰਦਾਸੀਏ ਸਿੱਖ ਵੀ ਹਨ, ਕਿਉਂਕਿ ਬਹੁਤੀਆਂ ਸੰਗਤਾਂ ਆਉਂਦੀਆਂ ਤਾਂ ਇਹਨਾਂ ਦੇ ਪਾਸ ਅਰਦਾਸ ਬੇਨਤੀ ਹੁੰਦੀ। ਸਰਬ ਨਿਕਟ ਧਨ ਕੀ ਅਧਿਕਾਈ, ਤੇ ਬਹੁਤ ਸਾਰੇ ਪਦਾਰਥਾਂ ਦੀ ਜਿਹੜੀ ਹੈ ਉਹ ਬਹੁਤ ਹੀ ਵਿਸ਼ੇਸ਼ਤਾ ਹੋ ਕੇ ਵਾਧਾ ਹੋ ਗਿਆ ਹੈ। ਪਦਾਰਥ ਬਹੁਤ ਵੱਧ ਗਏ, ਧਨ ਵੀ ਬਹੁਤ ਵਧਿਆ ਹੈ। ਬਹੁ ਦੇਸ਼ਨ ਤੇ ਸੰਗਤ ਆਈ, ਤੇ ਬਹੁਤੇ ਦੇਸ਼ਾਂ ਤੋਂ ਸੰਗਤ ਚੱਲ ਕੇ ਪਹੁੰਚਦੀ ਹੈ ਬਾਬਾ ਰਾਮ ਰਾਏ ਜੀ ਦੇ ਪਾਸ। ਕਬ ਕਬ ਸਭ ਕੇ ਬੈਠਹਿ ਬੀਚ, ਤੇ ਕਦੇ ਕਦੇ ਸਭਨਾ ਸੰਗਤਾਂ ਦੇ ਵਿੱਚ ਗੁਰੂ ਕੇ ਸਪੁੱਤਰ ਬਾਬਾ ਰਾਮ ਰਾਏ ਜੀ ਬੈਠਦੇ। ਦਰਸ਼ਨ ਕਰਹਿ ਊਚ ਅਰ ਨੀਚ, ਜਿਹੜੇ ਉੱਚੇ ਕਹੇ ਜਾਣ ਵਾਲੇ, ਨੀਵੇਂ ਕਹੇ ਜਾਣ ਵਾਲੇ, ਸਭ ਊਚ ਨੀਚ ਦਾ ਭੇਦ ਭਾਵ ਮਿਟਾ ਕੇ ਆਣ ਕੇ ਦਰਸ਼ਨ ਕਰਦੇ ਹਨ। ਰੰਕ ਰਾਉ ਚਲ ਆਏ ਜੇ ਕੋਈ ਰਾਜਾ ਆਉਂਦਾ ਹੈ, ਕੋਈ ਨਿਰਧਨ ਆਉਂਦਾ ਹੈ, ਕੋਈ ਅਮੀਰ ਆਉਂਦਾ ਹੈ, ਕੋਈ ਗਰੀਬ ਚੱਲ ਕੇ ਜੇ ਪਾਸ ਪਹੁੰਚਦਾ ਹੈ ਬਾਬਾ ਰਾਮ ਰਾਏ ਜੀ ਦੇ। ਅਚਹਿ ਦੇਗ ਤੇ ਭੋਜਨ ਸੋਈ, ਤੇ ਉਹ ਆਣ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਛਕਦੇ ਹਨ। ਗਿਣਤੀ ਰਹੀ ਨਹੀਂ ਕਿਸ ਭਾਂਤੀ, ਤੇ ਕਿਸੇ ਤਰ੍ਹਾਂ ਵੀ ਜੋ ਸੰਗਤਾਂ ਦੀ ਥੋੜ੍ਹੀ ਗਿਣਤੀ ਨਹੀਂ ਰਹੀ, ਬਹੁਤ ਸਾਰੀ ਗਿਣਤੀ ਵਿੱਚ ਸੰਗਤ ਦਾ ਇਕੱਠ ਬਾਬਾ ਰਾਮ ਰਾਏ ਜੀ ਦੇ ਪਾਸ ਹੋਣ ਲੱਗ ਪਿਆ। ਕਵ ਸੰਤੋਖ ਸਿੰਘ ਵੱਡ ਬਖਿਆਤੀ, ਕਵੀ ਭਾਈ ਸੰਤੋਖ ਸਿੰਘ ਜੀ ਦੱਸਦੇ ਹਨ ਕਿ ਧੰਨ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਨੇ ਆਪ ਬਖਸ਼ਿਸ਼ ਕਰਕੇ ਭੇਜਿਆ ਹੈ ਬਾਬਾ ਰਾਮ ਰਾਏ ਜੀ ਸਪੁੱਤਰ ਨੂੰ, ਆਪਣੇ ਸਾਹਿਬਜ਼ਾਦੇ ਨੂੰ ਸਤਿਗੁਰਾਂ ਨੇ, ਜਿਸ ਕਰਕੇ ਬਹੁਤੀ ਜ਼ਿਆਦਾ ਸੋਭਾ ਦਿੱਲੀ ਸ਼ਹਿਰ ਦੇ ਵਿੱਚ, ਜਿੱਥੇ ਮਜਨੂੰ ਦੇ ਟਿੱਲੇ ਵਾਲੇ ਸਥਾਨ 'ਤੇ ਬਾਬਾ ਰਾਮ ਰਾਏ ਜੀ ਨੇ ਡੇਰਾ ਕੀਤਾ ਹੈ, ਐਸੀ ਸੋਭਾ ਪ੍ਰਗਟ ਹੋ ਰਹੀ ਹੈ। ਬਹੁਤ ਸੰਗਤ ਦੀ ਇਕੱਤਰਤਾ ਹੁੰਦੀ ਹੈ, ਤੇ ਬਹੁਤਾ ਹੀ ਧਨ ਪਦਾਰਥਾਂ ਦਾ ਚੜ੍ਹਾਵਾ ਬਾਬਾ ਰਾਮ ਰਾਏ ਜੀ ਦੇ ਕੋਲ ਚੜ੍ਹਦਾ ਹੈ, ਤੇ ਬਹੁਤਾ ਹੀ ਜਸ ਸ਼ਹਿਰ ਦੇ ਵਿੱਚ ਆਸ-ਪਾਸ ਇਲਾਕੇ ਵਿੱਚ ਫੈਲਿਆ ਹੈ। ਇਹ ਧੰਨ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਦੀ ਕਿਰਪਾ ਦਾ ਸਦਕਾ ਸਤਿਗੁਰਾਂ ਦੇ ਬਚਨਾਂ ਦਾ ਪ੍ਰਤਾਪ ਪ੍ਰਗਟ ਹੋਇਆ ਹੈ। ਇੱਥੋਂ ਤੱਕ ਪ੍ਰਸੰਗ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਅਗਾਹ ਵਾਸਤੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਸਮਤ ਬਖਸ਼ਿਸ਼ ਕਰਨ ਜੀ। ਸਮੇਂ ਅਨੁਸਾਰ ਸੋ ਅੱਗੇ ਜੋ ਕਥਾ ਹੈ ਅਗਲੇ ਦੀਵਾਨਾਂ ਵਿੱਚ ਸਰਵਣ ਕਰਨੀ। ਗਿਣਤੀ ਰਹੀ ਨਹੀਂ ਕਿਸ ਭਾਂਤੀ, ਕਵ ਸੰਤੋਖ ਸਿੰਘ ਵੱਡ ਬਖਿਆਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।